ਬੰਦ ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਾਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਾਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਧਰਮਸਾਲ ਸਾਲੋ ਜਹਾਂ ਤਿਸ ਕੇ ਨਿਕਟ ਨਿਕੇਤ ਆਪ ਜਾਏ ਆਨਹਿ ਤਿਨਹਿ ਗਮਨੇ ਗੁਰ ਇਸ ਹੇਤ ਧਰਮਸਾਲ ਸਾਲੋ ਜਹਾਂ ਤਿਸ ਕੇ ਨਿਕਟ ਨਿਕੇਤ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਹੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜਿਤਨੀਆਂ ਵੀ ਸੰਗਤਾਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਸੁਭਾਇਮਾਨ ਹੋ ਗੁਰੂ ਜੀ ਦੇ ਸੋਹਣੇ ਦਰਸ਼ਨ ਕਰ ਰਹੇ ਹੋ ਗੁਰਬਾਣੀ ਜੀ ਦਾ ਕੀਰਤਨ ਸਰਵਣ ਕਰ ਰਹੇ ਹੋ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਅਦਬ ਦੇ ਨਾਲ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਕਿਰਪਾ ਦਇਆ ਮਿਹਰ ਬਖਸ਼ਿਸ਼ ਹੋਈ ਹੈ ਆਪਾਂ ਨੂੰ ਮਹਾਰਾਜ ਜੀ ਨੇ ਆਪਣੀ ਹਾਜ਼ਰੀ ਵਿੱਚ ਬੈਠ ਕੇ ਬਾਣੀ ਸੁਣਨ ਦਾ ਪੜ੍ਹਨ ਦਾ ਦਰਸ਼ਨ ਕਰਨ ਦਾ ਕਥਾ ਸੁਣਨ ਦਾ ਮਹਾਰਾਜ ਨੇ ਮੌਕਾ ਬਖਸ਼ਿਸ਼ ਕੀਤਾ ਹੈ। ਵੱਡੇ ਭਾਗਾਂ ਦੀ ਇਹ ਨਿਸ਼ਾਨੀ ਹੈ। ਆਪ ਜੀ ਨੇ ਕੱਲ ਕਥਾ ਵਿੱਚ ਸਰਵਣ ਕੀਤਾ ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਸੱਤਾ ਜੀ ਤੇ ਬਲਵੰਡ ਜੀ ਉਹ ਕੀਰਤਨ ਕਰਦੇ ਹਨ ਬਹੁਤ ਸੋਹਣਾ ਕੀਰਤਨ ਕਰਦੇ ਆ। ਬਲਵੰਡ ਜੀ ਪਹਿਲਾਂ ਵਿਦੇਸ਼ਾਂ ਵਿੱਚ ਜਾ ਜਾ ਕੇ ਚੱਕਰ ਮਾਰੇ ਕਿਤੋਂ ਗੱਲ ਨਾ ਬਣੀ ਬਲਵੰਡ ਜੀ ਆਪਣੇ ਛੋਟੇ ਭਰਾ ਨੂੰ ਵੇਖ ਕੇ ਗੁਰੂ ਜੀ ਦੇ ਚਰਨਾਂ ਵਿੱਚ ਆ ਗਏ ਜੀ। ਬਲਵੰਡ ਜੀ ਨੇ ਜਦੋਂ ਬਹੁਤ ਸੋਹਣਾ ਕੀਰਤਨ ਕਰਨਾ ਗੁਰੂ ਜੀ ਨੇ ਬਲਵੰਡ ਜੀ ਨੂੰ ਖਿਤਾਬ ਦਿੱਤਾ। ਮਹਾਰਾਜ ਕਹਿੰਦੇ ਬਲਵੰਡ ਜੀ ਤੁਸੀਂ ਰਾਏ ਬਲਵੰਡ 'ਚ ਰਾਏ ਬਲਵੰਡ ਦਾ ਭਾਵ ਰਾਜੇ ਬਲਵੰਡ ਹੋ। ਰਾਏ ਦਾ ਅਰਥ ਗੁਰਬਾਣੀ ਹੈ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਹੋਈ ਰਾਜੇ ਰਾਮ ਕੀ ਰਖਵਾਲੀ। ਰਾਮ ਰਾਏ ਸ਼ਬਦ ਰਾਏ ਦਾ ਅਰਥ ਹੁੰਦਾ ਹੈ ਰਾਜਾ ਜੀ। ਗੁਰਬਾਣੀ ਵਿੱਚ ਅੱਜ ਵੀ ਬਲਵੰਡ ਜੀ ਦੇ ਨਾਲ ਰਾਏ ਸ਼ਬਦ ਆਉਂਦਾ ਹੈ ਜੀ ਰਾਏ ਸ਼ਬਦ ਜੀ। ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ। ''ਡੂਮ ਆਖੀ ਆਖੋ ਵਾਹਿਗੁਰੂ।
ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਹਜ਼ੂਰੀ ਵਿੱਚ ਰਾਏ ਬਲਵੰਡ ਜੀ ਤਥਾ ਸੱਤਾ ਜੀ ਦੋਵੇਂ ਭਰਾ ਕੀਰਤਨ ਕਰਦੇ ਆ। ਸੰਗਤਾਂ ਬਹੁਤ ਪ੍ਰਸੰਨ ਹੁੰਦੀਆਂ ਨੇ। ਮਹਾਰਾਜ ਨੇ ਵੇਖਿਆ ਰਾਏ ਬਲਵੰਡ ਜੀ ਤੇ ਸੱਤਾ ਜੀ ਨੂੰ ਕੁਝ ਮਾਣ ਹੋ ਗਿਆ ਹੈ ਜੀ ਕਿ ਸਾਡੇ ਕੀਰਤਨ ਕਰਨ ਦੇ ਨਾਲ ਸੰਗਤਾਂ ਜੁੜਦੀਆਂ ਨੇ। ਸੰਗਤ ਜੀ, ਮੈਂ ਮਨੋਂ ਬੇਨਤੀ ਕਰ ਰਿਹਾ, ਇਹ ਮਾਰਗ ਬਹੁਤ ਬਰੀਕੀ ਦਾ ਮਾਰਗ ਹੈਗਾ ਜੀ, ਬਹੁਤ ਬਰੀਕੀ ਦਾ ਮਾਰਗ ਹੈਗਾ। ਕਿਉਂ? ਬੰਦਾ ਖਿੰਨ ਖਿੰਨ ਤੇ ਭੁੱਲਾਂ ਕਰਦਾ ਹੈ ਜੀ। ਜੇ ਬੰਦਾ ਖਿੰਨ ਖਿੰਨ ਤੇ ਭੁੱਲਾਂ ਨਾ ਕਰੇ, ਮਹਾਰਾਜ ਬਾਣੀ 'ਚ ਕਦੀ ਨਾ ਇਹ ਗੱਲ ਲਿਖਦੇ, ਖਿੰਨ ਖਿੰਨ ਭੁੱਲਣਹਾਰ ਲੇਖਾ ਕਤਹਿ ਨਾ ਛੁੱਟੀਐ, ਖਿੰਨ ਖਿੰਨ ਭੁੱਲਣਹਾਰ। ਕਿਉਂ? ਇੱਕ ਇੱਕ ਖਿੰਨ ਵਿੱਚ ਸਾਡੇ ਕੋਲੋਂ ਭੁੱਲਾਂ ਹੁੰਦੀਆਂ ਨੇ। ਭੁੱਲਣਹਾਰ ਜੂ ਹੋਏ ਜੀ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਦੋ ਹਸਤੀਆਂ ਨੇ ਜਿਹੜੀਆਂ ਭੁੱਲਾਂ ਨਹੀਂ ਕਰਦੀਆਂ, ਬਾਕੀ ਸਭਨਾਂ ਕੋਲੋਂ ਭੁੱਲਾਂ ਹੁੰਦੀਆਂ ਨੇ। ਉਹ ਕਿਹੜੀਆਂ ਹਸਤੀਆਂ ਨੇ? ਇੱਕ ਤੇ ਸੱਚੇ ਪਾਤਸ਼ਾਹ, ਦੂਜੇ ਖੁਦ ਅਕਾਲ ਪੁਰਖ ਵਾਹਿਗੁਰੂ ਜੀ। ਬਾਕੀ ਸਾਰੇ ਹੀ ਭੁੱਲਾਂ ਕਰਦੇ ਨੇ ਜੀ। ਮਹਾਰਾਜ ਨੇ ਵੇਖਿਆ ਰਾਏ ਜੀ ਤੇ ਰਾਏ ਬਲਵੰਡ ਜੀ ਤੇ ਸੱਤਾ ਜੀ ਨੂੰ ਕੁਝ ਮਾਣ ਹੋਣ ਲੱਗ ਪਿਆ ਜੀ। ਲੀਲਾ ਕੀ ਵਰਤੀ ਜੀ? ਭੈਣ ਦਾ ਵਿਆਹ ਹੈ। ਭੈਣ ਦੇ ਵਿਆਹ ਵਾਸਤੇ ਇਹਨਾਂ ਨੇ ਆਖਿਆ, ਮਹਾਰਾਜ ਇੱਕ ਦਿਨ ਦਾ ਚੜਾਵਾ ਸਾਨੂੰ ਦੇ ਦਿਓ। ਮਹਾਰਾਜ ਕਹਿੰਦੇ ਲੈ ਲਓ। ਉਹ ਜਦੋਂ ਇੱਕ ਦਿਨ ਦਾ ਚੜਾਵੇ ਦੀ ਗੱਲ ਕੀਤੀ ਹੈ, ਜਿਸ ਦਿਨ ਦਾ ਚੜਾਵਾ ਇਹਨਾਂ ਦਾ ਨੀਅਤ ਹੋਇਆ, ਉਸ ਦਿਨ ਸੰਗਤ ਵੀ ਜਿਹੜੀ ਸੀ ਉਹ ਹਿਸਾਬ ਨਾਲ ਹੀ ਆਈ ਤੇ 100 ਦਮੜੇ ਹੀ ਚੜੇ ਜੀ। ਬਸ ਜੀ 100 ਦਮੜੇ ਵੇਖ ਕੇ ਹੰਕਾਰੀ ਸਨ, ਵਗਾ ਕੇ ਮਹਾਰਾਜ ਦੇ ਅੱਗੇ ਫੇਂਕ ਦਿੱਤੇ ਜੀ। ਮਹਾਰਾਜ ਕਹਿਣ ਲੱਗੇ, ਕੋਈ ਨਹੀਂ, ਰੱਖ ਲਓ, ਤੁਹਾਡੇ ਕਾਰਜ ਗੁਰੂ ਸਵਾਰ ਦੇਵੇਗਾ। ਹੁਣ ਜਿਹਨੂੰ ਇੰਨਾ ਬਚਨ ਕਰਤਾ ਹੋਵੇ ਜੀ, ਪਿੱਛੇ ਕੀ ਰਹਿ ਜਾਂਦਾ ਜੀ। ਮੇਰੇ ਮਨ ਦੀ ਭਾਵਨਾ ਹੈ, ਜੇਬ 'ਚ ਇੱਕ ਪੈਸਾ ਵੀ ਨਾ ਹੋਵੇ ਜੀ, ਗੁਰੂ ਅਰਜਨ ਦੇਵ ਮਹਾਰਾਜ ਕਹਿ ਦੇਣ ਗੁਰੂ ਤੁਹਾਡਾ ਕੰਮ ਸਵਾਰ ਦੇਗਾ, ਬੰਦੇ ਨੂੰ ਸਾਧ ਸੰਗਤ ਦੀ ਨਿਸ਼ਚਿੰਤ ਹੋ ਕੇ ਸੌਂ ਜਾਣਾ ਚਾਹੀਦਾ ਹੈ। ਪੈਸਿਆਂ ਦਾ ਯਤਨ ਨਹੀਂ ਕਰਨਾ ਚਾਹੀਦਾ। ਮਹਾਰਾਜ ਆਪੇ ਹੀ ਕੰਮ ਸਵਾਰ ਦਿੰਦੇ ਨੇ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਪਰ ਉਹਨਾਂ ਨੂੰ ਸ਼ਰਧਾ ਦੀ ਕਮੀ ਹੈ, ਇਸ ਕਰਕੇ ਉਹਨਾਂ ਨੇ ਇਸ ਗੱਲ ਵੱਲ ਧਿਆਨ ਨਾ ਦਿੱਤਾ। ਪੈਸੇ ਤੇ ਲੈ ਗਏ, ਘਰ ਜਾ ਕੇ ਫੁਰਨਾ ਬਣਾ ਲਿਆ ਵੀ ਅਸੀਂ ਮਹਾਰਾਜ ਜੀ ਦੀ ਹਾਜ਼ਰੀ 'ਚ ਨਹੀਂ ਜਾਇਆ ਕਰਨਾ। ਅਗਲੇ ਦਿਨ ਮਹਾਰਾਜ ਨੇ ਸਿੱਖ ਭੇਜੇ 2 ਵਾਰ ਦੀ। ਕੱਲ ਤੁਸੀਂ ਕਥਾ ਸੁਣੀ। ਬਲਵੰਡ ਜੀ ਤੇ ਸੱਤਾ ਜੀ ਨੇ ਦੋਵੇਂ ਵਾਰੀ ਉਹਨਾਂ ਸਿੱਖਾਂ ਨੂੰ ਵਾਪਸ ਘੱਲ ਦਿੱਤਾ ਵੀ ਅਸੀਂ ਨਹੀਂ ਆਉਣਾ। ਅਖੀਰ ਸਮਰੱਥ ਗੁਰੂ, ਪ੍ਰਤੱਖ ਗੁਰੂ, ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਆਪ ਤੁਰੇ ਨੇ, ਇਹਨਾਂ ਨੂੰ ਘਰੋਂ ਜਾ ਕੇ ਲੈ ਕੇ ਆਈਏ ਜੀ। ਗੁਰੂ ਜੀ ਬਖਸ਼ਿੰਦ ਨੇ, ਗੁਰੂ ਜੀ ਮਿਹਰਬਾਨ ਨੇ। ਸੰਗਤ ਜੀ, ਬੰਦਾ ਜਿੰਨੀਆਂ ਭੁੱਲਾਂ ਕਰਦਾ, ਮਹਾਰਾਜ ਜੇ ਸਾਰੀਆਂ ਹੀ ਚੇਤੇ ਰੱਖਣ ਲੱਗ ਪੈਣ, ਹੋ ਸਕਦਾ ਸਾਨੂੰ ਰੋਟੀ ਖਾਣ ਦਾ ਵੀ ਅਧਿਕਾਰ ਨਾ ਹੋਵੇ ਜੀ। ਜਿੰਨੀਆਂ ਭੁੱਲਾਂ ਸਾਡੇ ਕੋਲੋਂ ਹੁੰਦੀਆਂ ਨੇ, ਜੇ ਉਹ ਭੁੱਲਾਂ ਮਹਾਰਾਜ ਆਪਣੇ ਚੇਤੇ ਵਿੱਚ ਰੱਖ ਲੈਣ ਨਾ ਜੀ, ਤੇ ਅਸੀਂ ਪ੍ਰਸ਼ਾਦਾ ਵੀ ਨਹੀਂ ਛਕ ਸਕਦੇ। ਕਿਉਂ? ਸਾਡਾ ਐਡਾ ਕੰਮ ਹੀ ਨਹੀਂ ਹੈਗਾ ਵੀ ਅਸੀਂ ਪ੍ਰਸ਼ਾਦਾ ਛਕੀਏ। ਅਸੀਂ ਇੰਨੇ ਵਧੀਆ ਕੰਮ ਨਹੀਂ ਕਰਦੇ ਜੀ। ਗੁਰੂ ਸਾਹਿਬ ਦਿਆਲੂ ਹਨ। ਮਹਾਰਾਜ ਬਾਣੀ ਵਿੱਚ ਸਦਾ ਲਿਖਦੇ ਆ, ਅਕਿਰਤ ਕਣਾ ਨੋ ਪਾਲਦਾ, ਪ੍ਰਭ ਨਾਨਕ ਸਦ ਬਖਸ਼ਿੰਦ। ਸਤਿਗੁਰ ਸਦਾ ਦਇਆਲ ਹੈ ਭਾਈ। ਗੁਰੂ ਸਾਹਿਬ ਤੇ ਸਦਾ ਹੀ ਦਿਆਲੂ ਨੇ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਮੇਰੇ ਸਤਿਗੁਰੂ ਦੇ ਐਸੇ ਸੁਭਾਵ ਤੋਂ ਮੈਂ ਬਲਿਹਾਰ ਜਾਣਾ, ਉਹ ਹਉਮੈ ਵਿੱਚ ਆਏ ਬਾਰ-ਬਾਰ ਨਾ ਕਰ ਰਹੇ ਆ। ਆਪ ਰੱਬ ਸੱਚੇ ਪਾਤਸ਼ਾਹ ਉਹਨਾਂ ਨੂੰ ਘਰੋਂ ਲੈਣ ਵਾਸਤੇ ਜਾ ਰਹੇ ਨੇ ਜੀ। ਹੁਣ ਅੱਗੋਂ ਕਥਾ ਆਰੰਭ ਹੁੰਦੀ ਹੈ। ਆਓ ਸਾਰੀਆਂ ਸੰਗਤਾਂ ਕਥਾ ਵਿੱਚ ਚਿੱਤ ਜੋੜੀਏ। ਪਿਆਰ ਨਾਲ ਕਹੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ।
ਧਰਮਸਾਲ ਸਾਲੋ ਜਹਾਂ ਤਿਸ ਕੇ ਨਿਕਟ ਨਿਕੇਤ। ਆਖੋ ਵਾਹਿਗੁਰੂ। ਜਿੱਥੇ ਸਾਧ ਸੰਗਤ ਦੀ ਅੱਜ ਭਾਈ ਸਾਲੋ ਜੀ ਦਾ ਟੋਭਾ ਹੈ ਨਾ, ਸੰਗਤਾਂ ਦਰਸ਼ਨ ਕਰਦੀਆਂ ਨੇ। ਬਹੁਤ ਸਾਰੀਆਂ ਸੰਗਤਾਂ ਮੈਨੂੰ ਵਿਦੇਸ਼ਾਂ ਤੋਂ ਆ ਕੇ ਪੁੱਛਦੀਆਂ ਨੇ ਸਾਲੋ ਜੀ ਦਾ ਟੋਭਾ ਕਿੱਥੇ ਹੈ, ਉੱਥੇ ਇਸ਼ਨਾਨ ਕਰਨਾ ਹੈ। ਭਾਈ ਸਾਲੋ ਜੀ ਦਾ ਟੋਭਾ ਜਦੋਂ ਤੁਸੀਂ ਦਰਬਾਰ ਸਾਹਿਬ ਤੋਂ ਨਾ ਹਰਿਮੰਦਰ ਸਾਹਿਬ ਅਕਾਲ ਤਖਤ ਸਾਹਿਬ ਵਾਲੇ ਪਾਸਿਓਂ ਪੌੜੀਆਂ ਚੜ੍ਹੋ, ਕਿਸੇ ਨੂੰ ਪੁੱਛ ਲਓ ਭਾਈ ਸਾਲੋ ਜੀ ਦੇ ਟੋਭੇ ਜਾਣਾ, ਤੁਹਾਨੂੰ ਰਾਹ ਦੱਸ ਦੇਗਾ ਜੀ। ਉਦੋਂ ਇਹੋ ਹੀ ਮੇਨ ਸ਼ਹਿਰ ਹੁੰਦਾ ਸੀਗਾ ਜੀ। ਭਾਈ ਸਾਲੋ ਜੀ ਦੇ ਟੋਭੇ ਲਾਗੇ ਭਾਈ ਸੱਤਾ ਜੀ ਤੇ ਬਲਵੰਡ ਜੀ ਦਾ ਘਰ ਸੀਗਾ ਜੀ। ਹਾਂਜੀ। ਆਪ ਜਾਏ ਆਨਹਿ ਤਿਨਹਿ ਗਮਨੇ ਗੁਰ ਇਸ ਹੇਤ। ਕੁਝ ਸਿੱਖਾਂ ਨੂੰ ਮਹਾਰਾਜ ਨਾਲ ਲੈ ਕੇ ਤੁਰ ਪਏ ਨੇ ਭਾਈ ਸੱਤਾ ਬਲਵੰਡ ਜੀ ਦੇ ਘਰ ਵਿੱਚ ਜੀ। ਉਸ ਪਾਸੇ ਨੂੰ ਤੁਰ ਪਏ ਨੇ, ਅਸੀਂ ਆਪ ਜਾ ਕੇ ਲੈ ਕੇ ਆਉਂਦੇ ਹਾਂ ਜੀ। ਵੇਖੋ ਕਿੰਨਾ ਮਾਣ ਹੋਏਗਾ। ਮਹਾਰਾਜ ਸੱਚੇ ਪਾਤਸ਼ਾਹ ਮਾਣ ਕਰਦੇ ਉਹਨਾਂ ਗੁਰਸਿੱਖਾਂ ਤੇ ਵੀ ਸਾਡੇ ਜਾਇਆ ਉਹਨਾਂ ਆ ਜਾਣਾ ਹੈ। ਹਾਂਜੀ। ਨਿਸ਼ਾਨੀ ਛੰਦ ਗਮਨੇ ਸ਼੍ਰੀ ਅਰਜਨ ਤਬੈ ਤਿਨ ਸਦਨ ਮਝਾਰੇ। ਹਜੂਰ ਮਹਾਰਾਜ ਸਿੱਖਾਂ ਨੂੰ ਲੈ ਕੇ ਗੁਰਸਿੱਖਾਂ ਦੇ ਨਾਲ ਉਸ ਰਸਤੇ ਗਏ ਹੈ, ਉਹਨਾਂ ਦੇ ਘਰ ਵਿੱਚ ਪਹੁੰਚੇ ਹੈ। ਕਰਨ ਹੇਤ ਆਦਰ ਸ਼ਬਦ ਸੋ ਗਾਵਨ ਹਾਰੇ। ਕਿਉਂ ਗਏ ਹੈ ਮਹਾਰਾਜ? ਮਹਾਰਾਜ ਕੀਰਤਨੀਆਂ ਦਾ ਆਦਰ ਕਰਦੇ ਹੈ, ਸਤਿਕਾਰ ਕਰਦੇ ਹੈ। ਇਹ ਗੁਰੂ ਜੀ ਦਾ ਸ਼ਬਦ ਗਾਉਂਦੇ ਨੇ, ਇਹ ਗੁਰੂ ਜੀ ਦੀ ਬਾਣੀ ਗਾਉਂਦੇ ਨੇ, ਮਹਾਰਾਜ ਜੀ ਦੀ ਬਾਣੀ ਸੰਗਤ ਨੂੰ ਸੁਣਾਉਂਦੇ ਹੈ। ਹਾਂਜੀ। ਸ੍ਰੀ ਨਾਨਕ ਤੇ ਆਦ ਗੁਰ ਸਭ ਹਿਨ ਇਹ ਰਾਖੇ। ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸਾਰੇ ਸਤਿਗੁਰਾਂ ਨੇ ਕੀਰਤਨੀਏ ਆਪਣੇ ਕੋਲ ਰੱਖੇ ਨੇ ਜੀ। ਔਰ ਉਦੋਂ ਕੀਰਤਨ ਸਾਧ ਸੰਗਤ ਜੀ ਡੂਮ ਹੀ ਕਰਦੇ ਸਨ ਜ਼ਿਆਦਾ। ਰਾਗ ਵਿਦਿਆ ਹੈ ਹੀ ਉਹਨਾਂ ਕੋਲ ਸੀਗੀ ਜੀ। ਮਹਾਰਾਜ ਨੇ ਵਿਚਾਰ ਕੀਤੀ ਹੈ ਰਸਤੇ ਵਿੱਚ ਜਾਂਦਿਆਂ ਵੀ ਸਾਰੇ ਗੁਰੂ ਸਾਹਿਬਾਂ ਨੇ ਰੱਖੇ ਹੈ। ਹਾਂਜੀ। ਗਾਏ ਗੁਰੂ ਕੇ ਸ਼ਬਦ ਕੋ ਸਿੱਖ ਸੁਨੈ ਭਿਲਾਖੇ। ਸਿੱਖ ਵੀ ਬੜੇ ਚਾਅ ਨਾਲ ਬੜੇ ਪਿਆਰ ਨਾਲ ਇਹਨਾਂ ਦੇ ਮੁਖੋਂ ਸ਼ਬਦ ਸੁਣਦੇ ਐ। ਬਹੁਤਨ ਕੋ ਕਲਿਆਣ ਹੈ ਸੁਨ ਬੇ ਅਰ ਗਾਏ। ਫਿਰ ਜਦੋਂ ਇਹ ਗਾਉਂਦੇ ਨੇ ਤੇ ਬਹੁਤ ਸਾਰੇ ਇਹਨਾਂ ਨੂੰ ਜਦੋਂ ਸੁਣਦੇ ਐ ਉਹਨਾਂ ਦਾ ਭਲਾ ਹੁੰਦਾ ਹੈ। ਇਹਨਾਂ ਨੂੰ ਸੁਣ ਕੇ ਵੀ ਗਾਉਣ ਲੱਗ ਪੈਂਦੇ ਆ। ਕਿਵੇਂ ਜੀ? ਰਾਗੀ ਸਿੰਘ ਵਧੀਆ ਗਾ ਰਿਹਾ ਹੋਵੇ ਤੇ ਸੰਗਤ ਦੀ ਸਰੋਤਿਆਂ ਦੇ ਉੱਤੇ ਜਦੋਂ ਅਸਰ ਪੈਂਦਾ, ਉਹ ਰੀਤਾਂ ਧੁਨਾਂ ਬਾਣੀ ਸਰੋਤਿਆਂ ਦੇ ਅੰਦਰ ਵਸ ਜਾਂਦੀਆਂ ਨੇ। ਸਰੋਤੇ ਵੀ ਉਸ ਤਰੀਕੇ ਨਾਲ ਗਾਉਣ ਲੱਗ ਪੈਂਦੇ ਐ। ਮਹਾਰਾਜ ਕਹਿਣ ਲੱਗੇ ਸਿੱਖਾਂ ਦਾ ਬੜਾ ਭਲਾ ਹੁੰਦਾ ਇਹਦੇ ਨਾਲ ਜੀ। ਹਾਂਜੀ। ਬਾਹਰੋਂ ਆਦਰ ਸ਼ਬਦ ਕੋ ਵਿਚਾਰਤ ਜਾਏ। ਫਿਰ ਮਹਾਰਾਜ ਵਿਚਾਰਦੇ ਹੋਏ ਜਾਂਦੇ ਵੀ ਸ਼ਬਦ ਦਾ ਵੀ ਸਤਿਕਾਰ ਹੈ। ਸ਼ਬਦ ਦਾ ਇਹ ਸਤਿਕਾਰ ਨਹੀਂ ਹੈ ਕਿ ਕੱਲਾ ਸ਼ਬਦ ਨੂੰ ਮੱਥੇ ਲਾਈ ਜਾਣਾ, ਜਿਹੜਾ ਸ਼ਬਦ ਪੜ੍ਹੇ ਉਹਨੂੰ ਟੇਚੀ ਜਾਣਨਾ ਹੈ ਜੀ। ਇਹ ਵੀ ਸ਼ਬਦ ਦਾ ਸਤਿਕਾਰ ਹੈ ਵੀ ਸ਼ਬਦ ਪੜ੍ਹਨ ਵਾਲਿਆਂ ਦਾ ਵੀ ਸਤਿਕਾਰ ਕਰਨਾ ਹੈ ਜੀ। ਹਾਂਜੀ। ਪੌਰ ਪ੍ਰਵੇਸ਼ੇ ਸਦਨ ਮੈਂ ਹੈ ਸ਼੍ਰੀ ਅਰਜਨ ਠਾਂਡੇ। ਵਾਹਿਗੁਰੂ। ਜਿਨ੍ਹਾਂ ਦੇ ਦਰਵਾਜ਼ੇ ਤੇ ਕੁੱਲ ਦੁਨੀਆ ਝੁਕਦੀ ਆ ਕੇ ਜੀ, ਜਿਨ੍ਹਾਂ ਨੂੰ ਨਮਸਕਾਰਾਂ ਕਰਨ ਵਾਲਿਆਂ ਦੀ ਗਿਣਤੀ ਨਹੀਂ ਮੁੱਕਦੀ ਜੀ, ਭੇਟਾਵਾਂ ਚੜਾਉਣ ਵਾਲਿਆਂ ਦੀ ਗਿਣਤੀ ਨਹੀਂ ਮੁੱਕਦੀ। ਐਸੇ ਸੱਚੇ ਪਾਤਸ਼ਾਹ ਗਰੀਬ ਨਵਾਜ ਉਹਨਾਂ ਦੇ ਦਰਵਾਜ਼ੇ ਅੱਗੇ ਖਲੋ ਗਏ ਜਾ ਕੇ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਦੇਖ ਨਾ ਆਦਰ ਉੱਠ ਕਰਿਓ ਔਰ ਗਰਭ ਜੋ ਬਾਡੇ। ਦਰਵਾਜ਼ਾ ਖੁੱਲ੍ਹਾ ਹੈ, ਮਹਾਰਾਜ ਅੰਦਰ ਚਲੇ ਗਏ, ਆਪਣੇ ਮੰਜਿਆਂ ਦੇ ਉੱਤੇ ਬੈਠੇ ਸਨ। ਇਹਨਾਂ ਨੂੰ ਪਤਾ ਲੱਗ ਗਿਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਏ ਆ, ਪਰ ਉੱਠ ਕੇ ਨਹੀਂ ਖਲੋਤੇ ਜੀ। ਸਤਿਕਾਰ ਨਹੀਂ ਕੀਤਾ ਸਤਿਗੁਰੂ ਜੀ ਦਾ। ਸਿੱਖ ਤਰਸਦੇ ਆ ਕਿਤੇ ਸਾਨੂੰ ਸੱਚੇ ਪਾਤਸ਼ਾਹ ਦੇ ਦਰਸ਼ਨ ਹੋ ਜਾਣ ਜੀ। ਲਾਈਨਾਂ 'ਚ ਲੱਗਦੇ ਆ, ਅੱਗੇ ਸਾਧ ਸੰਗਤ ਜੀ ਮੱਥੇ ਟੇਕਦੇ ਆ, ਨੱਕ ਨਾਲ ਲਕੀਰਾਂ ਕੱਢ ਕੇ ਮਹਾਰਾਜ ਜੀ ਦੇ ਅੱਗੇ ਨਮਸਕਾਰਾਂ ਕਰਦੇ ਆ। ਸੱਚੇ ਪਾਤਸ਼ਾਹ ਇਹਨਾਂ ਦੇ ਘਰ ਵਿੱਚ ਆਏ ਨਾ, ਉੱਠ ਕੇ ਸਤਿਕਾਰ ਨਹੀਂ ਕੀਤਾ ਜੀ, ਬੈਠੇ ਰਹੇ ਜੀ ਉਵੇਂ।
ਹਾਂਜੀ। ਬੈਠ ਰਹੇ ਦੋਨੋਂ ਮੁਗਦ ਮੁਖ ਧਰ ਕਰ ਮੌਨਾ। ਆ ਮੂੰਹ ਮੋਟਾ ਕਰਕੇ ਨਾ ਚੁੱਪ ਰਹਿ ਕੇ ਮੌਨ ਹੋ ਕੇ ਬੈਠੇ ਰਹੇ ਜੀ। ਹਾਂਜੀ। ਮਹਿਮਾ ਲਖੈ ਨਾ ਗੁਰੂ ਕੀ ਚਲ ਆਏ ਭਾਉਨਾ। ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨਹੀਂ ਜਾਣੀ ਵੀ ਆਪ ਰੱਬ ਪਰਮੇਸ਼ਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਘਰ ਵਿੱਚ ਆਏ ਨੇ, ਉੱਠ ਕੇ ਵੀ ਸਤਿਕਾਰ ਨਹੀਂ ਕੀਤਾ ਜੀ। ਸਤੇ ਅਰ ਬਲਵੰਡ ਕੋ ਸ਼੍ਰੀ ਅਰਜਨ ਭਾਖੀ। ਵਾਹ ਵਾਹ, ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸੰਗਤ ਜੀ ਮਹਾਰਾਜ ਖਲੋਤੇ ਨੇ ਤੇ ਖਲੋ ਕੇ ਨਾ ਉਹਨਾਂ ਵੱਲ ਵੇਖ ਕੇ ਸੱਚੇ ਪਾਤਸ਼ਾਹ ਬੜੇ ਹੀ ਪਿਆਰ ਨਾਲ ਉਹਨਾਂ ਨੂੰ ਕਹਿਣ ਲੱਗੇ। ਹਾਂਜੀ। ਕੋ ਕਾਰਨ ਐਸੋ ਭਇਓ ਜਿਸ ਤੇ ਰਿਸ ਰਾਖੀ। ਮਹਾਰਾਜ ਕਹਿਣ ਲੱਗੇ ਪਿਆਰਿਓ ਕੀ ਇਹੋ ਜੀ ਗੱਲ ਹੋ ਗਈ ਹੈ ਨਾ ਗੁੱਸਾ ਤੁਹਾਨੂੰ ਕਹਿਣ ਲੱਗੇ। ਵੇਖੋ ਮਹਾਰਾਜ ਖਲੋਤੇ ਆ ਪਿਆਰ ਨਾਲ ਉਹਨਾਂ ਨੂੰ ਵੇਖ ਰਹੇ ਤੇ ਕਹਿ ਰਹੇ ਤੇ ਉਹ ਬੈਠੇ ਨੇ ਜੀ। ਮਹਾਰਾਜ ਕਹਿਣ ਲੱਗੇ ਕੀ ਗੱਲ ਇੰਨਾ ਗੁੱਸਾ। ਹਾਂਜੀ। ਆਵਨ ਜਾਨੋ ਦਰਬ ਹੈ ਨਹਿ ਥਿਰਤਾ ਪੈ ਹੈ। ਮਹਾਰਾਜ ਕਹਿਣ ਲੱਗੇ ਮਾਇਆ ਦੀ ਗੱਲ ਹੀ ਹੈ ਨਾ, ਇਹ ਤੇ ਆਉਂਦੀ ਜਾਂਦੀ ਰਹਿੰਦੀ ਹੈ, ਮਾਇਆ ਟਿਕਦੀ ਥੋੜੀ ਆ। ਮਹਾਰਾਜ ਕਹਿਣ ਲੱਗੇ ਆਉਂਦੀ ਰਹਿੰਦੀ ਜਾਂਦੀ ਰਹਿੰਦੀ, ਮਾਇਆ ਦਾ ਤੇ ਕੰਮ ਹੀ ਹੈ। ਹਾਂਜੀ। ਇਸ ਤੇ ਰਿਸ ਤੁਮ ਕਿਉਂ ਕਰੀ ਪੁਨ ਬਹੁਤ ਹੋਦਾ ਹੈ। ਗੁਰੂ ਸਾਹਿਬ ਕਹਿ ਵੀ ਰਹੇ ਨੇ। ਮਹਾਰਾਜ ਕਹਿਣ ਲੱਗੇ ਗੁੱਸਾ ਨਾ ਕਰੋ, ਬਹੁਤ ਧਨ ਦੇ ਦਿਆਂਗੇ। ਕਹਿਣ ਲੱਗੇ ਬਹੁਤ ਧਨ ਦੇ ਦਿਆਂਗੇ, ਗੁਰੂ ਸਾਹਿਬ ਮੁਖੋਂ ਕਹਿ ਰਹੇ ਨੇ ਜੀ। ਸ਼੍ਰੀ ਨਾਨਕ ਕੋ ਕੋਸ਼ ਹੈ ਕਮਤੀ ਕੁਛ ਨਾਹੀ। ਵੇਖੋ ਮਹਾਰਾਜ ਖੜੇ ਖਲੋਤੇ ਬਚਨ ਕਰ ਰਹੇ ਆ। ਮਹਾਰਾਜ ਕਹਿਣ ਲੱਗੇ ਬਲਵੰਡ ਜੀ ਗੁਰੂ ਨਾਨਕ ਸਾਹਿਬ ਦੇ ਖਜ਼ਾਨਿਆਂ 'ਚ ਕੋਈ ਕਮੀਆਂ ਕਹਿਣ ਲੱਗੇ। ਭਰੇ ਖਜ਼ਾਨੇ ਨੇ, ਭਰੇ ਖਜ਼ਾਨੇ ਨੇ। ਇੱਕ ਕਹਾਵਤ ਹੈ ਭਰੇ ਖਜ਼ਾਨੇ ਰੱਬ ਦੇ ਨੀਵਾਂ ਹੋ ਕੇ ਲੁੱਟ। ਹਾਂਜੀ। ਸ਼ਰਧਾ ਧਰ ਕੀਰਤਨ ਕਰੋ ਆਵੈ ਤੁਮ ਪਾਹੀ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਸ਼ਰਧਾ ਦੇ ਨਾਲ ਕੀਰਤਨ ਕਰੋ, ਪ੍ਰੇਮ ਨਾਲ ਕੀਰਤਨ ਕਰੋ, ਖਜ਼ਾਨੇ ਤੁਹਾਡੇ ਕੋਲ ਹੀ ਆਉਣੇ ਨੇ, ਮਾਇਆ ਦੀ ਕਾਹਦੀ ਗੱਲ ਹੈ। ਹਾਂਜੀ। ਸੁਨ ਬੋਲਿਓ ਬਲਵੰਡ ਤਬ ਹਮ ਪਿਖਿਓ ਨਾ ਕੋਈ। ਗੱਜ ਕੇ ਆਖੋ ਅੱਛਾ ਵੇਖ ਕੇ ਪਤਾ ਵੀ ਆ ਕਿੰਨੀ ਮਾਇਆ ਚੜ੍ਹਦੀ, ਕਿੰਨਾ ਖਜ਼ਾਨਾ ਹੈ। ਪਰ ਭਾਈ ਬਲਵੰਡ ਜੀ ਮਹਾਰਾਜ ਨੂੰ ਕਹਿਣ ਲੱਗੇ ਅਸੀਂ ਤੇ ਕੋਈ ਖਜ਼ਾਨਾ ਨਹੀਂ ਵੇਖਿਆ। ਕਹਿਣ ਲੱਗੇ ਹਾਂਜੀ। ਕਹਾਂ ਖਜ਼ਾਨੋ ਹੈ ਧਰਿਓ ਤੁਮ ਭਾਖਤ ਜੋਈ। ਗੁਰੂ ਅਰਜਨ ਸਾਹਿਬ ਜੀ ਨੂੰ ਕਹਿਣ ਲੱਗੇ ਮਹਾਰਾਜ ਜਿਸ ਖਜ਼ਾਨੇ ਦੀ ਗੱਲ ਕਰਦੇ ਕਿੱਥੇ ਰੱਖਿਆ ਉਹ ਖਜ਼ਾਨਾ। ਕਹਿਣ ਲੱਗੇ ਅਸੀਂ ਤਾਂ ਵੇਖਿਆ ਨਹੀਂ ਕੋਈ। ਹਾਂਜੀ। ਇੱਕ ਸਹੰਸ ਮੈਂ ਵਿਆਹੋ ਹੋਏ 100 ਹਮਨੇ ਪਾਏ। ਸਾਨੂੰ ਤੇ 100 ਰੁਪਈਏ ਦਾ ਪਤਾ ਹੈ ਤੇ ਇਹ ਵੀ ਪਤਾ ਹੈ ਵੀ 100 ਰੁਪਈਏ ਵਿੱਚ ਵਿਆਹ ਨਹੀਂ ਹੁੰਦੇ। ਕਹਿਣ ਲੱਗੇ ਇਹ ਵੀ ਪਤਾ ਜਿਹੜੇ ਸਾਨੂੰ ਤੁਸਾਂ ਦਿੱਤੇ ਹੈ। ਅੱਛਾ ਮਹਾਰਾਜ ਤੇ ਕਹਿ ਰਹੇ ਨੇ ਵੀ ਹੋਰ ਮਾਇਆ ਲੈ ਲਓ, ਪਰ ਹੰਕਾਰੀ ਬੰਦਾ ਛੇਤੀ ਕਿਸੇ ਦੀ ਗੱਲ ਨਹੀਂ ਸੁਣਦਾ। ਗੁਰੂ ਵੀ ਸਾਹਮਣੇ ਆ ਜੇ ਤੇ ਗੱਲ ਨਹੀਂ ਸੁਣਦਾ ਜੀ। ਨਹਿ ਗਮ ਨਹਿ ਤੁਮ ਨਿਕਟ ਅਬ ਕਿਆ ਲੇਹ ਕਮਾਏ। ਮਹਾਰਾਜ ਨੂੰ ਗੁਰੂ ਸਾਹਿਬ ਨੂੰ ਵੀ ਕਹਿਣ ਲੱਗੇ ਕਹਿੰਦੇ ਅਸੀਂ ਤੁਹਾਡੇ ਕੋਲ ਜਾ ਕੇ ਕੀ ਕਮਾਈ ਕਰ ਲਵਾਂਗੇ। ਬਸ ਇੰਨੀ ਗੱਲ 'ਚ ਜਿਹੜਾ ਇੱਥੇ ਆ ਕੇ ਵੀ ਕਮਾਈ ਦੀ ਆਸ ਰੱਖਦਾ ਹੈ ਨਾ ਸਾਧ ਸੰਗਤ ਜੀ, ਉਹ ਰੱਜ ਨਹੀਂ ਸਕਦਾ ਜੀ। ਮੈਂ ਇੱਕ ਸੱਚੇ ਗੁਰਮੁਖ ਨੂੰ ਵੇਖਿਆ ਜੀ। ਚਲੋ ਅਸੀਂ ਉੱਤੋਂ ਗੱਲਾਂ ਤੋਂ ਅੰਦਾਜ਼ਾ ਲਾਉਣ ਵਾਲੇ ਹੈਗੇ ਆ ਨਾ ਜੀ। ਉਹ ਸੰਗਤ ਨੂੰ ਕਹਿਣ ਸੰਗਤ ਜੀ ਅੱਗੇ ਆ ਕੇ ਬੈਠ ਕੇ ਕੀਰਤਨ ਸੁਣੋ ਸਾਡੇ ਨਾਲ। ਕਹਿਣ ਲੱਗੇ ਕੀਰਤਨ ਸੁਣੋ ਤੁਸੀਂ ਸਾਡੇ ਨਾਲ ਬੋਲੋ, ਸਾਨੂੰ ਕਮੀ ਨਹੀਂ ਹੈਗੀ। ਕਹਿਣ ਲੱਗੇ ਮਾਇਆ ਦੀ ਲੋੜ ਨਹੀਂ ਹੈਗੀ। ਕਹਿੰਦੇ ਮਾਇਆ ਨਾਲ ਰੱਜੇ ਪਏ। ਗੁਰੂ ਨਾਨਕ ਸਾਹਿਬ ਨੇ ਸਾਡੀਆਂ ਭੁੱਖਾਂ ਦੂਰ ਕਰ ਦਿੱਤੀਆਂ। ਗੁਰੂ ਨਾਨਕ ਸਾਹਿਬ ਨੇ ਸਾਨੂੰ ਰਜਾ ਦਿੱਤਾ। ਕਹਿਣ ਲੱਗੇ ਕਹਿੰਦੇ ਇੱਕ ਚੀਜ਼ ਦੀ ਸਾਨੂੰ ਭੁੱਖ ਹੈਗੀ ਹੈ, ਉਹ ਹੈ ਤੁਹਾਡੀ ਮਿਹਰ ਦੀ ਦ੍ਰਿਸ਼ਟੀ ਦੀ। ਕਹਿਣ ਲੱਗੇ ਤੁਸੀਂ ਮਿਹਰ ਦੀ ਦ੍ਰਿਸ਼ਟੀ ਪਾ ਦਿਓ, ਅਸੀਂ ਆਨੰਦ ਵਿੱਚ ਹੈਗੇ ਹਾਂ। ਕਿਉਂ ਉਹ ਕਮਾਈ ਕਰਨ ਨਹੀਂ, ਉਹਨਾਂ ਨੇ ਇਹਨੂੰ ਕਮਾਈ ਦਾ ਸਾਧਨ ਨਹੀਂ ਬਣਾਇਆ। ਸੰਗਤ ਤੋਂ ਦਵੇ ਪਿਆਰ ਨਾਲ ਰੱਖਣਾ ਚਾਹੀਦਾ ਹੈ।
ਪਰ ਕਮਾਈ ਦਾ ਸਾਧਨ ਬਣਾ ਲੈਣਾ ਇਹ ਮਾੜੀ ਗੱਲ ਹੈ। ਕਹਿਣ ਲੱਗੇ ਮਹਾਰਾਜ ਅਸੀਂ ਕਿਹੜੀ ਕਮਾਈ ਕਰੀਏ ਫਿਰ। ਹਾਂਜੀ, ਅਪਰ ਥਾਨ ਰਹਿ ਕਰ ਕਰੂੰ ਨਿਜ ਰਾਗ ਸੁਣਾਵੈਂ। ਪਤਾ ਵੀ ਹੈ ਹੋਰ ਥਾਂ ਤੇ ਸੁਣਾ ਕੇ ਆਏ ਹੀ ਹੈ ਬਲਵੰਡ ਜੀ, ਪਰ ਕਹਿਣ ਲੱਗੇ ਕਿਸੇ ਹੋਰ ਥਾਂ ਤੇ ਜਾ ਕੇ ਉੱਥੇ ਰਾਗ ਸੁਣਾ ਕੇ ਮਾਇਆ ਲੈ ਲਵਾਂਗੇ। ਹਾਂਜੀ, ਲੇਹ ਦਰਬ ਔਰ ਭਾਵ ਤੋ ਕਹਿਤਾਨ ਰਿਝਾਵੈਂ। ਤਾਨਾ ਲਾਵਾਂਗੇ ਐ ਮੂੰਹ ਮੰਗੀ ਭੇਟਾ ਲਵਾਂਗੇ। ਹਾਂਜੀ, ਜਿਤੇ ਬਰਖ ਤੁਮ ਢਿਗ ਰਹੇ ਵਿਦਿਆ ਨਿਜ ਖੋਈ। ਇੱਥੋਂ ਤੱਕ ਉਹਨਾਂ ਨੇ ਕਹਿ ਦਿੱਤਾ ਜਿੰਨੇ ਸਾਲ ਹੋ ਗਏ ਤੁਹਾਡੇ ਨਾਲ ਰਹਿੰਦੇ ਆ ਸਾਡੀ ਤੇ ਵਿਦਿਆ ਹੀ ਗਵਾਚ ਗਈ ਹੈ। ਬਹੁਤ ਬਹੁਤ ਮਾੜੇ ਬਚਨ ਕੀਤੇ ਜੀ। ਹਾਂਜੀ, ਸੁਨ ਰੀਝਤ ਜਾਨਤ ਗੁਣਨ ਪੈ ਮੌਜ ਨਾ ਕੋਈ। ਤੇ ਕਹਿਣ ਲੱਗਾ ਸੁਨ ਰੀਝਤ ਜਾਨਤ ਗੁਣਨ ਪੈ ਮੌਜ ਨਾ ਕੋਈ। ਲੋਕ ਸੁਣਦੇ ਆ ਰੀਝਦੇ ਆ ਜਿੰਨੀ ਮਰਜ਼ੀ ਮਾਇਆ ਲੈ ਲਈਏ। ਤੇ ਤੁਸੀਂ ਹਿਸਾਬ ਲਾਓ ਵੀ ਬੈਠੇ ਬੋਲ ਰਹੇ ਆ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤ ਚਿੱਤ ਖਲੋਤੇ ਹੋਏ ਨੇ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਇਸੇ ਕਰਕੇ ਆਪਾਂ ਧੰਨ ਗੁਰੂ ਅਰਜਨ ਦੇਵ ਜੀ ਨੂੰ ਨਿਮਰਤਾ ਦਾ ਪੁੰਜ ਕਹਿੰਦੇ ਆ। ਛੋਟੀ ਜੀ ਪਦਵੀ ਹੋਵੇ ਟਿਕਦਾ ਨਹੀਂ ਬੰਦਾ ਜੀ ਟਿਕਦਾ ਨਹੀਂ। ਆਪ ਸਮਰੱਥ ਗੁਰੂ ਨੇ ਤੇ ਬੋਲਣ ਵਾਲੇ ਹੱਦ ਕਰ ਰਹੇ ਨੇ। ਸ੍ਰੀ ਗੁਰੂ ਅਰਜਨ ਦੇਵ ਜੀ ਸ਼ਾਂਤ ਚਿੱਤ ਬੈਠੇ ਨੇ ਜੀ, ਕੋਈ ਅੱਗੋਂ ਬੋਲ ਜਵਾਬ ਨਹੀਂ ਕਰਨ ਦੇ ਜੀ, ਖਲੋਤੇ ਨੇ ਸੌਰੀ। ਹਾਂਜੀ, ਸ਼੍ਰੀ ਨਾਨਕ ਪੂਰਬ ਭਏ ਜਗ ਕਿਨਹੁ ਨਾ ਜਾਣਿਓ। ਹੁਣ ਉਹਨਾਂ ਨੇ ਹੱਦ ਕਰ ਦਿੱਤੀ ਜੀ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਪਹਿਲੇ ਗੁਰੂ ਹੋਏ ਆ, ਉਹਨਾਂ ਨੂੰ ਕੋਈ ਜਾਣਦਾ ਥੋੜੀ ਸੀ। ਕਹਿਣ ਲੱਗੇ ਹਾਂਜੀ, ਮਰਦਾਨਾ ਜਬ ਰਾਖਿਓ ਸਭ ਮਹਿ ਪ੍ਰਗਟਾਨਿਓ। ਤੇ ਮਰਦਾਨਾ ਜੀ ਨੂੰ ਰੱਖਿਆ, ਮਰਦਾਨਾ ਜੀ ਗਾਉਂਦੇ ਰਹੇ ਤੇ ਮਰਦਾਨਾ ਜੀ ਦੀ ਗੱਲਾਂ ਮਰਦਾਨੇ ਦਾ ਕੀਰਤਨ ਸੁਣ ਕੇ ਲੋਕ ਉਹਨਾਂ ਨੂੰ ਗੁਰੂ ਕਹਿੰਦੇ ਰਹੇ ਆ। ਕਹਿੰਦੇ ਗੁਰੂ ਅੰਗਦ ਸਾਹਿਬ ਨਾਲ ਵੀ ਇੰਝ ਸੀ, ਗੁਰੂ ਅਮਰਦਾਸ ਜੀ ਨਾਲ, ਗੁਰੂ ਰਾਮਦਾਸ ਜੀ ਨਾਲ ਜੀ। ਹੁਣ ਗੁਰੂ ਸਾਹਿਬ ਨੂੰ ਕੁਝ ਕਹਿ ਲੈਂਦੇ ਮਹਾਰਾਜ ਬਰਦਾਸ਼ਤ ਕਰ ਰਹੇ ਨੇ ਜੀ। ਇਹਨਾਂ ਇੱਥੋਂ ਤੱਕ ਮਹਾਰਾਜ ਨੂੰ ਕਿਹਾ ਸੀਗਾ ਅਸੀਂ ਕਿਸੇ ਹੋਰ ਨੂੰ ਗੁਰੂ ਬਣਾ ਲੈਣਾ। ਕਹਿਣ ਲੱਗੇ ਆਖੋ ਵਾਹਿਗੁਰੂ ਵਾਹਿਗੁਰੂ। ਗੁਰੂ ਅਰਜਨ ਦੇਵ ਜੀ ਨੂੰ ਜਿੰਨਾ ਚਿਰ ਬੋਲਦੇ ਰਹੇ ਮਹਾਰਾਜ ਨੇ ਕੁਝ ਨਹੀਂ ਕਿਹਾ, ਕੁਝ ਨਹੀਂ ਕਿਹਾ। ਮਹਾਰਾਜ ਕਹਿੰਦੇ ਆਓ ਪਿਆਰਿਓ ਚੱਲੀਏ, ਪਰ ਸਾਧ ਸੰਗਤ ਜੀ ਇਹ ਨਹੀਂ ਮੰਨੇ। ਹੱਦ ਗੁਰੂ ਨਾਨਕ ਸਾਹਿਬ ਜੀ ਤੇ ਆ ਗਈ ਵੀ ਗੁਰੂ ਨਾਨਕ ਸਾਹਿਬ ਹੀ ਸਾਡੇ ਕਰਕੇ ਗੁਰੂ ਬਣੇ ਆ। ਹਾਂ, ਸ਼੍ਰੀ ਨਾਨਕ ਤੇ ਆਦ ਕੀ ਜਬ ਨਿੰਦ ਸੁਨਾਈ। ਮਹਾਰਾਜ ਆਪਣੇ ਉੱਤੇ ਗੁਰੂ ਸਾਹਿਬ ਨੂੰ ਕੋਈ ਕੁਝ ਕਹਿੰਦਾ, ਗੁਰੂ ਅਰਜਨ ਸਾਹਿਬ ਨੂੰ ਮਹਾਰਾਜ ਕੁਝ ਨਹੀਂ ਕਹਿੰਦੇ ਜੀ। ਪਰ ਜਦੋਂ ਗੱਲ ਗੁਰੂ ਨਾਨਕ ਸਾਹਿਬ ਜੀ ਦੀ ਆ ਗਈ ਹੈ ਤੇ ਮਹਾਰਾਜ ਜੀ ਬਾਣੀ ਵਿੱਚ ਕਹਿੰਦੇ ਗੁਰ ਕੀ ਨਿੰਦਾ ਸੁਨੈ ਨਾ ਕਾਨ। ਉਹ ਸਿੱਖ ਹੀ ਕਿਹੜਾ ਜਿਹੜਾ ਆਪਣੇ ਗੁਰੂ ਦੀ ਨਿੰਦਿਆ ਸੁਣੀ ਜਾਵੇ ਜੀ। ਹਾਂਜੀ, ਕਰ ਤੇ ਘਾਰ ਨਿਕਸੇ ਸਦਨ ਰਿਸ ਉਰਮੈ ਸ਼ਾਈ। ਸੱਚੇ ਪਾਤਸ਼ਾਹ ਫਿਰ ਵੀਰ ਰਸ ਵਿੱਚ ਆਏ ਜੀ। ਸੰਗਤ ਜੀ ਉਂਝ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਤਿਹਾਸ ਪੜ੍ਹ ਲਓ, ਮਹਾਰਾਜ ਕਿਤੇ ਵੀਰ ਰਸ ਵਿੱਚ ਨਹੀਂ ਆਏ ਜੀ। ਪਰ ਜਦੋਂ ਸੱਤੇ ਬਲਵੰਡ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਬੋਲ ਦਿੱਤਾ, ਮਹਾਰਾਜ ਵੀਰ ਰਸ ਵਿੱਚ ਆਏ ਤਾਂ ਉਹਨਾਂ ਦੇ ਘਰੋਂ ਖੜੇ ਖਲੋਤੇ ਹੀ ਬਾਹਰ ਆ ਗਏ ਮਹਾਰਾਜ। ਹਾਂਜੀ, ਬੇਦੀ ਕੁਲ ਕੇ ਤਿਲਕ ਕੀ ਨਿੰਦਾ ਤੁਮ ਕੀਨੀ। ਤੇ ਤੁਰਦਿਆਂ ਤੁਰਦਿਆਂ ਮਹਾਰਾਜ ਨੇ ਬਚਨ ਕੀਤਾ। ਮਹਾਰਾਜ ਕਹਿੰਦੇ ਸੁਣ ਲੋ, ਹੰਕਾਰੇ ਗਏ ਤੇ ਬੇਦੀ ਕੁਲ ਦੇ ਟਿੱਕੇ ਸਾਡੇ ਸੱਚੇ ਪਾਤਸ਼ਾਹ, ਸਾਡੇ ਮਾਲਕ, ਸਾਡੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਤੁਸੀਂ ਨਿੰਦਿਆ ਕੀਤੀ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸ਼ਾਨ ਦੇ ਖਿਲਾਫ ਬਚਨ ਕੀਤਾ। ਹਾਂਜੀ, ਫਿਟ ਜਾਵੇਗੀ ਦੇਹ ਤੁਮ ਰੁਜਤੇ ਹੋਏ ਹੀਨੀ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਬਚਨ ਕੀਤਾ ਹੁਣ ਤੁਹਾਡਾ ਸਰੀਰ ਫੁੱਟ ਜਾਏਗਾ, ਕੋੜੀ ਹੋਵੋਗੇ। ਮਹਾਰਾਜ ਕਹਿਣ ਲੱਗੇ ਜਿਸ ਸਰੀਰ ਦੇ ਵਿੱਚ ਰਹਿ ਕੇ ਨਿੰਦਿਆ ਕੀਤੀ ਇਸ ਸਰੀਰ ਨੂੰ ਕੋੜ ਪੈ ਜਾਏਗਾ। ਕਹਿਣ ਲੱਗੇ ਤੁਸੀਂ ਸਾਡੇ ਗੁਰੂ ਦੀ ਨਿੰਦਿਆ ਕੀਤੀ। ਤੇ ਸੰਗਤ ਜੀ ਫਿਰ ਸੁਣ ਲਓ, ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਦੱਸਿਆ ਸਿੱਖਾ
ਤੇਰੇ ਤੇ ਜੋ ਮਰਜ਼ੀ ਹੋਵੇ ਤੂੰ ਬਰਦਾਸ਼ਤ ਕਰ ਲੈ, ਪਰ ਜਿੱਦਣ ਸਿੱਖ ਗੁਰੂ ਵੱਲ ਵੇਖੇ, ਕੋਈ ਨਿੰਦਕ ਗੁਰੂ ਵੱਲ ਵੇਖੇ, ਫਿਰ ਸਿੱਖ ਬਰਦਾਸ਼ਤ ਨਾ ਕਰੇ ਜੀ। ਕਿੰਨੇ ਸ਼ਾਂਤ ਰਹਿੰਦੇ ਗੁਰੂ ਅਰਜਨ ਸਾਹਿਬ, ਕੋਈ ਹੱਦ ਹੀ ਨਹੀਂ ਜੀ। ਪਰ ਗੁਰੂ ਨਾਨਕ ਸਾਹਿਬ ਜੀ ਦੀ ਸ਼ਾਨ ਦੇ ਖਿਲਾਫ ਬਚਨ ਨਹੀਂ ਮਹਾਰਾਜ ਸੁਣ ਸਕਦੇ ਜੀ। ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਪੂਰੇ ਪ੍ਰੇਮ ਵਿੱਚ ਆ ਕੇ ਗੱਜ ਕੇ ਕਹੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਮਹਾਰਾਜ ਕਹਿਣ ਲੱਗੇ ਕੋੜ ਨਾ ਦੁਖੀ ਹੋਵੋਗੇ, ਹੁਣ ਕਹਿਣ ਲੱਗੇ ਕੋੜ ਪਏਗਾ ਤੁਹਾਨੂੰ ਜੀ। ਹੱਦ ਹੋ ਗਈ। ਜਿਹੜੇ ਸੱਚੇ ਪਾਤਸ਼ਾਹ ਕੋੜੀਆਂ ਵਾਸਤੇ ਦਵਾਖਾਨਾ ਬਣਾ ਰਹੇ ਨੇ, ਜਿਹੜੇ ਗੁਰੂ ਦੀ ਦ੍ਰਿਸ਼ਟੀ ਨਾਲ ਕੋੜੀਆਂ ਦੇ ਕੋੜ ਦੂਰ ਕਰਦੇ ਆ, ਨਿੰਦਕਾਂ ਦਾ ਇੱਥੇ ਕੋਈ ਲਿਹਾਜ਼ ਨਹੀਂ ਹੈਗਾ ਜੀ। ਅਸ਼ਟਪਦੀ ਪੜ੍ਹ ਲਓ ਸ੍ਰੀ ਸੁਖਮਨੀ ਸਾਹਿਬ ਜੀ ਦੀ। ਸੰਤ ਕਾ ਨਿੰਦਕ ਮਹਾ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰ ਦੀਨ। ਰਾਜ ਪਦਵੀ ਤੇ ਬੰਦਾ ਬੈਠਾ ਹੋਵੇ ਜੀ, ਕਿਸੇ ਸਾਧੂ ਸੰਤ ਦੀ ਨਿੰਦਿਆ ਕਰਨ ਲੱਗ ਪਵੇ, ਹੀਣਾ ਹੋ ਜਾਏਗਾ ਜੀ, ਹੇਠਾਂ ਉਤਰ ਜਾਏਗਾ ਜੀ। ਦੁਖੀਆ ਅਰ ਦੀਨ, ਹਰ ਰੋਜ਼ ਦੁਖੀ ਰਹੇਗਾ ਜੀ। ਇੱਥੋਂ ਤੱਕ ਗੁਰੂ ਅਰਜਨ ਦੇਵ ਜੀ ਨੇ ਬਾਣੀ ਚ ਕਹਿ ਦਿੱਤਾ, ਸੰਤ ਕੇ ਨਿੰਦਕ ਕੋ ਸਰਬ ਰੋਗ। ਸੰਤ ਦੀ ਨਿੰਦਿਆ ਕਰਨ ਵਾਲੇ ਬੰਦੇ ਨੂੰ ਸਾਰੇ ਰੋਗ ਲੱਗ ਜਾਂਦੇ। ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਇਮ ਕਹਿ ਸਤਿਗੁਰ ਆਏ ਕਰ, ਥਲ ਥੜੇ ਸੁਹਾਏ। ਇਹ ਬਚਨ ਕਰਕੇ ਵੀ ਤੁਹਾਨੂੰ ਕੋੜ ਹੋਣਾ ਹੈ। ਇਹ ਬਚਨ ਕਰਕੇ ਸੱਚੇ ਪਾਤਸ਼ਾਹ ਹਰਿਮੰਦਰ ਸਾਹਿਬ ਆ ਗਏ, ਜਿੱਥੇ 860 ਤੀਰਥ ਹੈ, ਦੁੱਖ ਭੰਜਨੀ ਬੇਰੀ ਲਾਗੇ, ਉੱਥੇ ਮਹਾਰਾਜ ਆ ਗਏ ਜੀ। ਹਾਂਜੀ। ਸਭ ਸੰਗਤ ਇਕੱਠੀ ਪਈ, ਦੀਵਾਨ ਲਗਾਏ। ਸੰਗਤਾਂ ਉੱਥੇ ਇਕੱਠੀਆਂ ਹੋ ਗਈਆਂ, ਉੱਥੇ ਦੀਵਾਨ ਲੱਗ ਗਿਆ ਜੀ। ਹਾਂਜੀ। ਸਿੱਖਨ ਕੋ ਆਇਸ ਦਈ, ਤੁਮ ਰਾਗ ਸੁਨਾਵੋ। ਹੁਣ ਆ ਬਚਨ ਧਿਆਨ ਨਾਲ ਸੁਣਿਓ ਤੇ ਕੁਰਬਾਨ ਜਾਓ ਆਪਣੇ ਗੁਰੂ ਤੋਂ ਜੀ। ਮਹਾਰਾਜ ਗੁਰਸਿੱਖਾਂ ਨੂੰ ਕਹਿਣ ਲੱਗੇ, ਸਿੱਖੋ ਰਾਗ ਗਾਓ, ਰਾਗ ਕਹਿਣ ਲੱਗੇ। ਹੁਣ ਰਾਗ ਤੇ ਰਾਗੀ ਗਾ ਸਕਦੇ, ਸ਼ਬਦ ਕੋਈ ਵੀ ਪ੍ਰੇਮੀ ਪੜ੍ਹ ਸਕਦਾ ਹੈ, ਪਰ ਰਾਗ ਰਾਗੀ ਗਾ ਸਕਦੇ ਆ ਜੀ, ਜਿੰਨਾ ਵਿਦਿਆ ਲਈ ਹੋਵੇ ਜੀ। ਹਾਂਜੀ। ਗਾਵੋ ਸ਼ਬਦ ਸੋ ਤਾਨ, ਜੁਤ ਵਿਦਿਆ ਇਹੋ ਪਾਵੋ। ਰਾਗ ਵੀ ਗਾਵੋ ਤੇ ਤਾਨਾ ਵੀ ਲਾਓ ਕਹਿਣ ਲੱਗੇ। ਤਾਨਾ ਪਤਾ ਕੀ ਹੁੰਦਾ ਜੀ? ਅਲਾਪ ਲਾਉਣੇ, ਸਰਗਮਾਂ ਬੋਲਣੀਆਂ, ਉਹਨੂੰ ਤਾਨਾ ਕਹਿੰਦੇ ਆ ਜੀ। ਰਾਗ ਵੀ ਗਾਓ ਤੇ ਤਾਨਾ ਵੀ ਲਾਓ। ਸਿੱਖ ਵੇਖਣ ਵੀ ਸਾਨੂੰ ਤੇ ਆਉਂਦਾ ਹੀ ਨਹੀਂ ਹੈ ਰਾਗ ਗਾਉਣੇ ਦੀ। ਹੁਣ ਤੁਹਾਨੂੰ ਕੋਈ ਕਹੇ ਵੀ ਮਾਲ ਕੌਸਕ ਰਾਗ ਗਾਓ, ਗਾ ਲਓਗੇ ਜੀ? ਸਾਨੂੰ ਕਿੱਥੋਂ ਆਉਣੇ ਜੀ? ਹਾਂਜੀ। ਸਾਨੂੰ ਕੋਈ ਕਹੇ ਧਨਾਰਸੀ ਰਾਗ ਗਾਓ, ਕਿੱਥੋਂ ਆਏਗਾ? ਜਦੋਂ ਮਹਾਰਾਜ ਕਹਿਣ ਲੱਗੇ ਨਾ ਰਾਗ ਗਾਓ, ਤੇ ਸਿੱਖਾਂ ਨੇ ਵਿਚਾਰ ਕੀਤੀ ਵੀ ਸਾਨੂੰ ਤੇ ਰਾਗ ਗਾਉਣੇ ਆਉਂਦੇ ਹੀ ਨਹੀਂ। ਮਹਾਰਾਜ ਕਹਿੰਦੇ ਵਿਦਿਆ ਤੁਮ ਪਾਵੋ। ਮਹਾਰਾਜ ਕਹਿੰਦੇ ਸਤ ਬਚਨ ਕਰੋ, ਰਾਗ ਆਪੇ ਹੀ ਅੰਦਰੋਂ ਸ਼ੁਰੂ ਹੋ ਜਾਣਗੇ ਕਹਿਣ ਲੱਗੇ। ਆਖੋ ਵਾਹਿਗੁਰੂ ਵਾਹਿਗੁਰੂ। ਗੁਰੂ ਸਾਹਿਬ ਮਾਲਕ ਨੇ ਜੋ ਚਾਹਣ ਕਰ ਸਕਦੇ ਆ। ਹਾਂਜੀ। ਗਹਿਓ ਦੋ ਤਾਰਾ ਸਿੱਖ ਕਹੇ, ਕਿਨ ਗਹੀ ਰਬਾਬੰ। ਇਹ ਬਚਨ ਸੁਣ ਕੇ ਇੱਕ ਸਿੱਖ ਨੇ ਛੇਤੀ ਨਾਲ ਦੋ ਤਾਰਾ ਫੜਿਆ ਜੀ, ਇੱਕ ਨੇ ਰਬਾਬ ਫੜ ਲਈ ਜੀ। ਹਾਂਜੀ। ਹੋਏ ਨਿਸ਼ੰਕ ਗਾਵਨ ਲੱਗੇ, ਸਭ ਭਏ ਅਜਾਬੰ। ਹੁਣ ਜਿਨ੍ਹਾਂ ਨੂੰ ਦੁਤਾਰਾ ਸੁਰ ਨਹੀਂ ਕਰਨਾ ਆਉਂਦਾ ਜੀ। ਹਾਂਜੀ। ਹੁਣ ਤਬਲਾ ਪਿਆ ਜੀ, ਇਹਨੂੰ ਸੁਰ ਨਾ ਕਰਨਾ ਆਵੇ ਬੰਦੇ ਨੂੰ, ਤੇ ਉਹ ਬੰਦਾ ਵਜਾਉਣ ਲੱਗ ਪਿਆ ਜੀ ਇੱਕਦਮ। ਇੱਕ ਨੇ ਰਬਾਬ ਫੜ ਲਏ, ਹੱਥ ਲਾਉਂਦਿਆਂ ਸਾਰ ਗਲੇ ਖੁੱਲ ਗਏ, ਬਾਣੀ ਕੰਠ ਹੋ ਗਈ। ਸਾਧ ਸੰਗਤ ਜੀ ਉਹ ਰਾਗੀ ਬਣ ਗਏ ਜੀ ਉਸੇ ਵੇਲੇ ਜੀ। ਗੁਰੂ ਜੋ ਮਰਜ਼ੀ ਕਰਾ ਸਕਦਾ ਹੈ ਜੀ, ਉਹ ਰਾਗੀ ਬਣ ਗਏ ਜੀ। ਤੇ ਸਭ ਭਏ ਅਜਾਬੰ, ਸਾਰੇ ਹੈਰਾਨ ਹੋ ਗਏ ਵੀ ਇਹ ਕੀ ਬਣ ਗਿਆ। ਹਾਂਜੀ। ਬਚਨ ਮਾਨਵੇ ਗੁਰੂ ਕੋ, ਵਿਦਿਆ ਸਭ ਪਾਈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਉਹਨਾਂ ਨੇ ਮਹਾਰਾਜ ਦਾ ਬਚਨ ਮੰਨ ਲਿਆ। ਬਚਨ ਮੰਨਦਿਆਂ ਸਾਰੀ ਰਾਗ ਵਿਦਿਆ ਉਹਨਾਂ ਨੂੰ ਆ ਗਈ ਜੀ।
ਹੁਣ ਸੱਤਾ ਬਲਵੰਡ ਕਹਿੰਦੇ ਸਾਡੇ ਕੋਈ ਵਿਦਿਆ, ਇਹ ਨਹੀਂ ਪਤਾ ਗੁਰੂ ਤੇ ਗੂੰਗਿਆਂ ਕੋਲੋਂ ਵੀ ਕੀਰਤਨ ਕਰਾ ਦੇਵੇ। ਹਾਂਜੀ, ਜਾਨਤ ਹੁਤੇ ਨਾ ਰਾਗ ਕੋ ਗਾਵਤ ਬਿਸਮਾਈ। ਗਾਉਣ ਵਾਲੇ ਖੁਦ ਹੈਰਾਨ ਨੇ, ਸਾਨੂੰ ਤੇ ਰਾਗ ਆਉਂਦੇ ਹੀ ਨਹੀਂ ਹੈ, ਰਾਗ ਨਿਕਲਣ ਕਿੱਥੋਂ ਡਏ ਨੇ, ਕੌਣ ਗਾਈ ਜਾ ਰਿਹਾ ਹੈ। ਹਾਂਜੀ, ਸੁਨ ਸਿੱਖਨ ਕੇ ਰਾਗ ਕੋ ਗੁਰ ਭਏ ਪ੍ਰਸੰਨਾ। ਜਦੋਂ ਸਿੱਖਾਂ ਨੇ ਫਿਰ ਲਾਈਆਂ ਨਾ ਤਾਨਾਂ, ਰਾਗਾਂ 'ਚ ਕੀਤਾ ਕੀਰਤਨ, ਤੇ ਮਹਾਰਾਜ ਗੁਰੂ ਅਰਜਨ ਦੇਵ ਬਹੁਤ ਖੁਸ਼ ਹੋਏ ਜੀ। ਹਾਂਜੀ, ਬਰ ਦੀਨੋ ਤੁਮ ਪ੍ਰੇਮ ਜੁਤ ਹਮਰੋ ਬਚ ਮੰਨਾ। ਤੇ ਹੁਣ ਧਿਆਨ ਨਾਲ ਸੁਣਿਓ, ਆਪਾਂ ਸਾਰੇ ਗੁਰੂ ਜੀ ਦੇ ਸਿੱਖ ਹਾਂ, ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਤੁਸੀਂ ਸਾਡਾ ਬਚਨ ਮੰਨਿਆ, ਤੁਸੀਂ ਸਾਡਾ ਬਚਨ ਮੰਨਿਆ। ਹਾਂਜੀ, ਅਬ ਤੇ ਵਿਦਿਆ ਰਾਗ ਕੀ ਸਿੱਖਨ ਮੈਂ ਆਈ। ਤੁਸੀਂ ਪ੍ਰੇਮ ਨਾਲ ਸਾਡਾ ਬਚਨ ਮੰਨਿਆ, ਸਤ ਬਚਨ ਕੀਤਾ। ਅੱਗੇ ਰਾਗ ਵਿਦਿਆ ਸੀ ਡੂਮ ਪਰਿਵਾਰ ਵਿੱਚ, ਉਹੋ ਹੀ ਰਾਗ ਗਾਉਂਦੇ ਸਨ, ਅੱਜ ਤੋਂ ਸਾਡੇ ਸਿੱਖਾਂ ਵਿੱਚ ਰਾਗ ਵਿਦਿਆ ਆ ਗਈ। ਕਹਿਣ ਲੱਗੇ ਅੱਜ ਸਿੱਖਾਂ ਦੇ ਵਿੱਚ ਚੋਟੀ ਦੇ ਗਵਈਏ ਨੇ ਜੀ, ਬਹੁਤ ਬਹੁਤ ਵਧੀਆ ਕੀਰਤਨ ਕਰਨ ਵਾਲੇ। ਡਾਕਟਰ ਗੁਰਿੰਦਰ ਸਿੰਘ ਜੀ ਬਟਾਲੇ ਵਾਲੇ ਕੀਰਤਨ ਕਰਦੇ, ਕਦੀ ਕਦੀ ਹਰਿਮੰਦਰ ਸਾਹਿਬ ਵੀ ਉਹਨਾਂ ਦੀ ਡਿਊਟੀ ਹੁੰਦੀ ਹੈ। ਰਾਗਾਂ ਵਿੱਚ ਸਾਧ ਸੰਗਤ ਜੀ ਉਹ ਕੀਰਤਨ ਕਰਦੇ ਆ, ਆਂਦਰਾਂ ਖਿੱਚੀਆਂ ਜਾਂਦੀਆਂ ਜੀ ਰਾਗਾਂ 'ਚ ਗਾਉਣ ਨਾਲ ਜੀ। ਬਹੁਤ ਸੋਹਣੇ ਸੋਹਣੇ ਕੀਰਤਨੀਏ ਹੈਗੇ ਜੀ, ਰਾਗਾਂ 'ਚ ਕੀਰਤਨ ਕਰਨ ਵਾਲੇ ਜੀ। ਮਹਾਰਾਜ ਕਹਿਣ ਲੱਗੇ ਅੱਜ ਤੋਂ ਇਹ ਵਿਦਿਆ ਸਿੱਖਾਂ ਨੂੰ ਦਿੱਤੀ, ਅੱਜ ਤੋਂ ਇਹ ਵਿਦਿਆ ਸਿੱਖਾਂ 'ਚ ਆ ਗਈ। ਅੱਜ ਉਹ ਸਿੱਖ ਮੌਜੂਦ ਨੇ ਪੰਥ ਵਿੱਚ, ਇਹ ਬਚਨ ਗੁਰੂ ਜੀ ਦਾ ਵਰਤ ਰਿਹਾ ਹੈ ਜੀ। ਸੰਗਤ ਜੀ, ਅਸੀਂ ਆਪਣੇ ਗੁਰੂ ਜੀ ਤੇ ਭਾਵਨਾ ਰੱਖਣੀ ਹੈ, ਆਖੋ ਵਾਹਿਗੁਰੂ। ਵਾਹਿਗੁਰੂ। ਆਪਣੇ ਗੁਰੂ ਜੀ ਤੇ ਭਰੋਸਾ ਰੱਖਣਾ ਹੈ। ਗੁਰੂ ਜੀ ਜਿਹਦੇ ਕੋਲੋਂ ਚਾਹੁਣ ਜੋ ਮਰਜ਼ੀ ਕਰਾ ਸਕਦੇ ਆ ਜੀ। ਕੱਲੀ ਰਾਗ ਵਿਦਿਆ ਥੋੜੀ ਜੀ, ਹੋਲਾ ਮਹੱਲਾ ਲੰਘਿਆ, ਸ਼ਸਤਰਾਂ ਦਾ ਦਿਨ ਸੀਗਾ, ਤੇ ਸਾਧ ਸੰਗਤ ਜੀ ਜੰਗ ਹੋ ਰਿਹਾ, 10ਵੇਂ ਪਾਤਸ਼ਾਹ ਕੋ ਹਲਵਾਈ ਆਇਆ ਜੀ, ਲਾਂਗਰੀ ਸਿੱਖ। ਕਹਿੰਦਾ ਮਹਾਰਾਜ ਮੇਰਾ ਵੀ ਜੀ ਕਰਦਾ ਤਲਵਾਰ ਚਲਾਉਣ ਦਾ। ਹੁਣ ਤਲਵਾਰ ਚਲਾਉਣੀ ਹੈ ਤੇ ਸਿੱਖਣੀ ਪਏਗੀ। ਮਹਾਰਾਜ ਨੇ ਢਾਲ ਦਿੱਤੀ ਜੀ, ਤੇ ਤਲਵਾਰ ਆਪਣੀ ਦਿੱਤੀ ਸ੍ਰੀ ਸਾਹਿਬ। ਉਹ ਕਹਿੰਦਾ ਮਹਾਰਾਜ ਜੀ ਤੇ ਬੜਾ ਕਰਦਾ, ਚਲਾਉਣੀ ਨਹੀਂ ਆਉਂਦੀ। ਮਹਾਰਾਜ ਕਹਿੰਦੇ ਇਹਦੇ ਵਿੱਚ ਕੀ ਹੈ? ਢਾਲ ਨਾਲ ਵਾਰ ਰੋਕਣਾ, ਜਿਹੜਾ ਸਾਹਮਣੇ ਆਏਗਾ ਇੰਜ ਮਾਰੀ ਜਾਣੀ ਹੈ। ਆਖੋ ਵਾਹਿਗੁਰੂ। ਜਦੋਂ ਮਹਾਰਾਜ ਨੇ ਇਸ ਤਰ੍ਹਾਂ ਆਖਿਆ ਨਾ ਜੀ, ਇੰਨੇ ਕਹਿਣ ਵਿੱਚ ਉਹਨੂੰ ਵਿਦਿਆ ਦੇ ਦਿੱਤੀ ਜੀ ਸਾਰੀ ਜੀ, ਸ਼ਸਤਰ ਚਲਾਉਣ ਦੀ ਵਿਦਿਆ ਦੇ ਦਿੱਤੀ ਜੀ। ਉਹਨੇ ਕਈਆਂ ਨੂੰ ਮਾਰਿਆ ਜੀ, ਉਸ ਹਲਵਾਈ ਨੇ ਜੀ। ਕਥਾ ਹੋਈ ਸੀਗੀ ਲੜੀਵਾਰ, ਤੁਸੀਂ ਸੁਣੀ ਹੈ ਬਹੁਤਿਆਂ ਨੇ। ਗੁਰੂ ਜਿਹਦੇ ਕੋਲੋਂ ਚਾਵੇ ਜੋ ਮਰਜ਼ੀ ਕਰਾ ਸਕਦੇ ਨੇ ਜੀ। ਦੁਨੀ ਚੰਦ ਭੱਜ ਗਿਆ, ਭਾਈ ਬਚਿੱਤਰ ਸਿੰਘ ਜੀ ਨੂੰ ਆਖਿਆ ਬਚਿੱਤਰ ਸਿੰਘ ਮੁਕਾਬਲਾ ਤੁਸੀਂ ਕਰੋਗੇ। ਭਾਈ ਬਚਿੱਤਰ ਸਿੰਘ ਕਹਿਣ ਲੱਗੇ ਮਹਾਰਾਜ ਤੁਹਾਡੀ ਮਿਹਰ ਦੀ ਦ੍ਰਿਸ਼ਟੀ ਹੋਣੀ ਚਾਹੀਦੀ ਹੈ, ਹਾਥੀ ਕੀੜੀ ਵਰਗਾ ਹੀ ਲੱਗਦਾ। ਕਹਿਣ ਲੱਗੇ ਮਹਾਰਾਜ ਜੋ ਮਰਜ਼ੀ ਕਰਾ ਸਕਦੇ, ਜਿਹਦੇ ਕੋਲੋਂ ਚਾਹੁਣ ਜੋ ਮਰਜ਼ੀ ਕਰਾ ਸਕਦੇ ਹੈ। ਗੁਰੂ ਸਾਹਿਬ ਤੇ ਬਹੁਤ ਵੱਡੇ ਨੇ। ਬਾਬਾ ਠਾਕਰ ਸਿੰਘ ਜੀ, ਸਾਧ ਸੰਗਤ ਜੀ, ਮਹਾਂਪੁਰਖਾਂ ਨੇ ਬਚਨ ਕਰ ਕਰਕੇ ਹੀ ਸਿੰਘਾਂ ਨੂੰ ਗਿਆਨੀ ਕਥਾਵਾਚਕ ਬਣਾ ਦਿੱਤਾ ਜੀ, ਬਚਨ ਕਰ ਕਰਕੇ ਜੀ। ਹਾਂਜੀ, ਗਾਵਹਿ ਸੁਨਹਿ ਸੋ ਪ੍ਰੀਤ ਧਰ ਲੈ ਸ਼ੁਭ ਗਤ ਪਾਈ। ਮਹਾਰਾਜ ਕਹਿਣ ਲੱਗੇ ਅੱਜ ਤੋਂ ਰਾਗ ਵਿਦਿਆ ਸਿੱਖਾਂ ਨੂੰ ਦਿੱਤੀ। ਗਾਇਆ ਕਰਨਗੇ, ਸੁਣਿਆ ਕਰਨਗੇ, ਪਿਆਰ ਦੇ ਨਾਲ ਇਹਨਾਂ ਦੀ ਗਤੀ ਹੋਇਆ ਕਰੇਗੀ। ਇਹਨਾਂ ਨੂੰ ਉਡੀਕਣ ਦੀ ਲੋੜ ਨਹੀਂ ਵੀ ਇਹ ਆਉਣਗੇ ਤੇ ਸੁਣਾਉਣਗੇ। ਹਾਂਜੀ, ਡੋਮ ਜਾਤ ਪਛਤਾਏ ਹੈ ਤ੍ਰਿਸ਼ਨਾ ਡਹਿਕਾਏ। ਮਹਾਰਾਜ ਕਹਿਣ ਲੱਗੇ ਜਿਹੜੇ ਡੂਮ ਨੇ ਨਾ ਫਿਰ ਪਛਤਾਉਣਗੇ ਵੀ ਐਵੇਂ ਅਸੀਂ ਵੱਧ ਮਾਇਆ ਦਾ ਲਾਲਚ ਕੀਤਾ, ਅਸੀਂ ਗੁਰੂ ਜੀ ਦਾ ਬਚਨ ਨਹੀਂ ਮੰਨਿਆ, ਗੁਰੂ ਅਰਜਨ ਦੇਵ ਜੀ ਲੈਣ ਆਏ ਅਸੀਂ ਗਏ ਨਹੀਂ ਨਾਲ। ਹਾਂਜੀ, ਲੀਏ ਸ਼ਬਦ ਘਰ ਘਰ ਫਿਰ ਹੈ ਨਹਿ ਹੋਏ ਤ੍ਰਿਪਤਾਏ। ਮਹਾਰਾਜ ਕਹਿੰਦੇ ਸਮਾਂ ਆਏਗਾ ਘਰ ਘਰ ਦੇ ਵਿੱਚ ਜਾ ਕੇ ਪਛਤਾਉਣਗੇ,
ਲੋਕ ਇਹਨਾਂ ਨੂੰ ਮਾਇਆ ਨਹੀਂ ਦਇਆ ਕਰਨਗੇ। ਸੰਗਤ ਜੀ ਇਹ ਗੱਲ ਤੁਹਾਡੇ ਸਾਹਮਣੇ ਹੈਗੀ ਹੈ, ਮੈਨੂੰ ਮਾਫ ਕਰਿਓ ਪਰ ਮੈਂ ਸੱਚਾਈ ਦੱਸਣ ਲੱਗਾ। ਜਦੋਂ ਕਿਸੇ ਦੇ ਘਰਾਂ 'ਚ ਵਿਆਹ ਹੁੰਦਾ, ਅੱਜ ਤੇ ਕੰਮ ਘਟ ਗਿਆ, ਪਿੰਡਾਂ ਵਿੱਚ ਹੈ ਜੀ ਹੁਣ ਵੀ ਭੰਡ ਆਉਂਦੇ ਆ ਜੀ, ਇੱਕ ਦੂਜੇ ਨੂੰ ਮਾਰਦੇ ਆ, ਡਫਲੀ ਵਜਾਉਂਦੇ ਆ, ਗਾਉਂਦੇ ਆ, ਕੋਈ ਮਸਾਂ ਹੀ 150 ਰੁਪਏ ਦੇ ਦੇ ਜੀ, ਘਰ ਘਰ ਵਿੱਚ ਤੁਰੇ ਫਿਰਦੇ ਜੀ। ਪਹਿਲਾਂ ਰਾਗ ਵਿਦਿਆ ਹੈ ਹੀ ਇਹਨਾਂ ਕੋਲ ਸੀਗੀ ਜੀ। ਮਹਾਰਾਜ ਕਹਿਣ ਲੱਗੇ ਘਰ ਘਰ ਵਿੱਚ ਤੁਰੇ ਫਿਰਨਗੇ, ਮਾਇਆ ਨਹੀਂ ਪੂਰੀ ਮਿਲਿਆ ਕਰੇਗੀ। ਹਾਂਜੀ, ਪਾਏ ਅਨਾਦਰ ਜਿਤ ਕੀਤੀ ਬਿਨ ਰਹੇ ਸੋ ਜਾਵੇ। ਮਹਾਰਾਜ ਕਹਿਣ ਲੱਗੇ ਪਾਏ ਅਨਾਦਰ ਜਿਤ ਕੀਤੀ ਬਿਨ ਕਹੇ ਸੋ ਜਾਵੇ। ਕੋਈ ਸੱਦੇਗਾ ਨਹੀਂ, ਆਪੇ ਹੀ ਜਾਇਆ ਕਰਨਗੇ। ਹੁਣ ਕਿਸੇ ਦਾ ਵਿਆਹ ਹੁੰਦਾ, ਕਿਸੇ ਨੇ ਵੇਖਿਆ ਭੰਡਾਂ ਨੂੰ ਕੋਈ ਸੱਦ ਕੇ ਲਿਆਉਂਦਾ ਵੀ ਭੰਡੋ ਆਓ, ਆਪੇ ਹੀ ਪਹੁੰਚਦੇ ਸੀ। ਤੇ ਫਿਰ ਇੱਜ਼ਤ ਥੋੜੀ ਮਿਲਦੀ ਜੀ, ਅਗਲੇ ਬਾਹਰ ਦਰਵਾਜ਼ੇ 'ਚ ਬਿਠਾਉਂਦੇ ਤੇ ਕਦੀ ਵੇਖਿਆ ਕਿਸੇ ਨੇ ਗੁਰੂ ਕੇ ਸਿੱਖਾਂ ਨੂੰ, ਕੀਰਤਨ ਕਰਨ ਵਾਲਿਆਂ ਨੂੰ ਕਿਸੇ ਨੇ ਦਰਵਾਜ਼ੇ 'ਤੇ ਬਿਠਾਇਆ ਹੋਵੇ, ਅਗਲੇ ਅੰਦਰ ਸੋਫਿਆਂ 'ਤੇ ਬਿਠਾਉਂਦੇ, ਹੱਥ ਜੋੜਦੇ, ਜਲ ਪਾਣੀ ਛਕਾਉਂਦੇ ਜੀ। ਆਖੋ ਵਾਹਿਗੁਰੂ। ਬਚਨ ਉਸ ਦਿਨ ਤੋਂ ਮਹਾਰਾਜ ਦੇ ਪੱਕੇ ਹੋ ਗਏ ਜੀ। ਤਾਉ ਨਾ ਸਿੱਖ ਮੁਖ ਲਾਏ ਹੈ ਦੁੱਖ ਲਹਿ ਅਕੁਲਾਏ। ਇਹਨਾਂ ਨੂੰ ਤੇ ਮਹਾਰਾਜ ਕਹਿਣ ਲੱਗੇ ਸਿੱਖ ਮੁਖ ਨਹੀਂ ਲਾਉਣਗੇ, ਕੋਈ ਸਿੱਖ ਇਹਨਾਂ ਨੂੰ ਮੁਖ ਨਹੀਂ ਲਾਏਗਾ, ਆਪੇ ਦੁਖੀ ਹੋਣਗੇ, ਕੋੜ ਦੇ ਵਿੱਚ ਪਛਤਾਉਣਗੇ। ਮਹਾਰਾਜ ਕਹਿਣ ਲੱਗੇ ਹਾਂਜੀ, ਗੁਰ ਸਿੱਖਨ ਕੋ ਬਰ ਦਿਓ ਵਿਦਿਆ ਸ਼ੁਭ ਪਾਈ। ਗੁਰ ਸਿੱਖਾਂ ਨੂੰ ਮਹਾਰਾਜ ਨੇ ਵਰ ਦੇ ਦਿੱਤਾ, ਗੁਰ ਸਿੱਖਾਂ ਨੂੰ ਕੀਰਤਨ ਦੀ ਵਿਦਿਆ ਆ ਗਈ ਜੀ। ਸਰਾਪ ਡੂਮ ਮੁੱਢਨ ਲਹਿਓ ਭਾਵੀ ਕਰਵਾਈ। ਉਧਰ ਫਿਰ ਮੂਰਖਾਂ ਨੂੰ ਜਿਹੜਾ ਬਚਨ ਕੀਤਾ ਨਾ, ਉਹ ਵਰਤ ਗਿਆ ਜੀ। ਹਾਂਜੀ, ਨਿਤ ਪ੍ਰਤ ਕੀਰਤਨ ਸਿੱਖ ਕਰੈ ਤਿਉ ਤਿਉ ਸ਼ੁਭ ਗਾਵੈ। ਹਰ ਰੋਜ਼ ਸਿੱਖ ਤਾਨਾ ਲਾਇਆ ਕਰਨ, ਰਾਗ ਗਾਇਆ ਕਰਨ, ਕੀਰਤਨ ਕਰਿਆ ਕਰਨ। ਸੰਗਤ ਕੋ ਬੜ ਪ੍ਰੇਮ ਹੋਏ ਮਨ ਸ਼ਬਦ ਟਿਕਾਵੈ। ਸੰਗਤ ਦਾ ਮਨ ਵੀ ਕੀਰਤਨ ਸੁਣ ਸੁਣ ਕੇ ਟਿਕਣ ਲੱਗ ਪਿਆ ਜੀ। ਬੜਾ ਸੁੱਖ ਵਰਤਣਾ, ਬੜੀ ਸ਼ਾਂਤੀ ਵਰਤਣ ਲੱਗ ਪਈ ਜੀ। ਪਟਨੇ ਕੀ ਸੰਗਤ ਮਹਾ ਦਰਸ਼ਨ ਹਿਤ ਆਈ। ਹਾਂਜੀ, ਕਰ ਬੰਧਨ ਸਤਿਗੁਰੂ ਕੋ ਬਹੁ ਭੇਟ ਚੜਾਈ। ਸਾਧ ਸੰਗਤ ਜੀ ਇੱਕ ਦਿਨ ਗੁਰੂ ਅਰਜਨ ਦੇਵ ਜੀ ਦੀ ਹਾਜ਼ਰੀ 'ਚ ਪਟਨੇ ਤੋਂ ਸੰਗਤ ਆਈ ਜੀ। ਫਿਰ ਆਖੋ ਵਾਹਿਗੁਰੂ ਵਾਹਿਗੁਰੂ। ਤੇ ਬੜੀ ਭੇਟਾ ਵੀ ਚੜਾਈ ਉਹਨਾਂ, ਦਰਸ਼ਨ ਕੀਤੇ ਮਹਾਰਾਜ ਦੇ, ਨਮਸਕਾਰ ਕੀਤੀ ਗੁਰੂ ਜੀ ਨੂੰ, ਭੇਟਾ ਚੜਾਈ। ਸਤੇ ਅਰ ਬਲਵੰਡ ਕੋ ਤਿਨ ਬੂਝਨ ਠਾਨਾ। ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੱਤੇ ਬਲਵੰਡੇ ਬਾਰੇ ਪੁੱਛਿਆ, ਕਿਉਂ ਮਸ਼ਹੂਰ ਸਨ ਜੀ ਬੜੇ। ਕਹਾਂ ਗਏ ਪ੍ਰਭ ਜੀ ਅਬੈ ਨਹਿ ਕਰਤੇ ਗਾਨਾ। ਮਹਾਰਾਜ ਕਈ ਦਿਨ ਹੋ ਗਏ ਅਸੀਂ ਵੇਖ ਰਹੇ, ਸੱਤੇ ਬਲਵੰਡਾ ਆ ਹੀ ਨਹੀਂ ਰਹੇ ਕੀਰਤਨ ਕਰਨ, ਕਿੱਥੇ ਗਏ ਨੇ ਮਹਾਰਾਜ। ਗੁਰ ਬੋਲੇ ਸੋ ਫਿਟ ਗਏ ਨਹਿ ਪਚਿਓ ਹੰਕਾਰਾ। ਮਹਾਰਾਜ ਆਪ ਮੁਖੋਂ ਬਚਨ ਕਰ ਰਹੇ, ਇਹ ਬਚਨ ਨਹੀਂ ਸੀ ਹੋਣੇ ਜੇ ਗੁਰੂ ਨਾਨਕ ਸਾਹਿਬ ਬਾਰੇ ਨਾ ਬੋਲਦੇ ਜੀ। ਮਹਾਰਾਜ ਕਹਿਣ ਲੱਗੇ ਉਹ ਫਿੱਟ ਗਏ ਨੇ, ਕਹਿਣ ਲੱਗੇ ਹੰਕਾਰ ਹੋ ਗਿਆ। ਗਰਬਤ ਮੂਰਖ ਨਿੰਦ ਕਹਿ ਲਹਿ ਕਸ਼ਟ ਉਦਾਰਾ। ਮੂਰਖ ਨਿੰਦਿਆ ਕਰਦੇ ਸਤਿਗੁਰਾਂ ਦੀ, ਕਸ਼ਟ ਪਾਉਣਗੇ, ਕਹਿਣ ਲੱਗੇ। ਤਿਨਕੇ ਮਸਤਕ ਜੋ ਲੱਗ ਹੈ ਸੋ ਸਿੱਖ ਦੁੱਖ ਪਾਵੈ ਹੈ। ਤੇ ਹੁਣ ਅਗਲੀ ਹੋਰ ਸਖਤਾਈ ਕਰ ਦਿੱਤੀ ਜੀ। ਮਹਾਰਾਜ ਕਹਿਣ ਲੱਗੇ ਹੁਣ ਉਹਨਾਂ ਦੇ ਮੱਥੇ ਜਿਹੜਾ ਲੱਗੇਗਾ ਉਹ ਸਿੱਖ ਵੀ ਦੁੱਖ ਪਾਵੇਗਾ। ਨਿੰਦਕ ਨੂੰ ਦਾ ਸੰਗ ਜਿਹੜਾ ਉਹ ਮਾੜਾ ਹੈ ਨਾ ਜੀ। ਫਿਰ ਹਾਂਜੀ, ਨਿਕਟ ਹਮਾਰਾ ਤਿਨਹੋਂ ਕੀ ਨਹਿ ਅਰਜ਼ ਕਰਾਵੈ। ਕੋਈ ਉਹਨਾਂ ਬਾਰੇ ਸਾਡੇ ਅੱਗੇ ਬੇਨਤੀ ਨਹੀਂ ਕਰੇਗਾ ਵੀ ਇਹਨਾਂ ਨੂੰ ਬਖਸ਼ ਲਓ। ਇਹਨਾਂ ਨੂੰ ਬਖਸ਼ਾਉਣ ਬਾਰੇ ਵੀ ਕੋਈ ਸਿਫਾਰਿਸ਼ ਨਹੀਂ ਕਰੇਗਾ, ਕਹਿਣ ਲੱਗੇ। ਕਰਹਿ ਸਿਫਾਰਿਸ਼ ਜਬੈ ਕੋ ਹਮ ਦੇ ਸਜਾਈ। ਜਿਹੜਾ ਉਹਨਾਂ ਦੀ ਸਿਫਾਰਿਸ਼ ਕਰੇਗਾ, ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਫਿਰ ਅਸੀਂ ਉਹਨੂੰ ਸਜਾ ਦੇਾਂਗੇ। ਤਿਸ ਕੋ ਮੁਖ ਕਾਲਾ ਕਰਹਿ ਸਿਰ ਕੋ ਮੁੰਡਵਾਈ। ਮਹਾਰਾਜ ਕਹਿਣ ਲੱਗੇ ਉਹਨੂੰ ਸਿੱਖੀ ਤੋਂ ਲਾਂਭੇ ਕਰ ਦਿਆਂਗੇ, ਮੂੰਹ ਕਾਲਾ ਕਰ ਦਿਆਂਗੇ, ਸਿਰ ਮੁੰਡਵਾ ਦਿਆਂਗੇ, ਕਹਿਣ ਲੱਗੇ। ਸਜ਼ਾ ਸੀਗੀ ਜਿਹੜੀ ਆਪੇ ਹੀ ਮਨਾਈ ਫਿਰਦੇ ਜੀ ਸਾਡੇ ਨੌਜਵਾਨ।
ਆਨੰਦਪੁਰ ਸਾਹਿਬ ਗਏ, ਬੜੇ ਵੇਖੇ ਜੀ, ਆਪੇ ਹੀ ਸਿਰ ਮੁਨਵਾਈ ਫਿਰਦੇ, ਆਪੇ ਹੀ ਆਪਣੇ ਆਪ ਨੂੰ ਸਜ਼ਾ ਦਿੱਤੀ ਹੋਈ ਜੀ ਉਹਨਾਂ ਨੇ। ਸਜ਼ਾ ਸੀਗੀ ਜੀ ਇਹ ਬੜੀ ਵੱਡੀ ਜੀ। ਹਾਂਜੀ, ਬਾਹਰ ਚੜਾਵੇਂ ਗਧੇ ਪਰ ਪੁੰਨ ਫੇਰੈ ਸਾਰੇ। ਜਿਹੜਾ ਆਏਗਾ ਸਿਫਾਰਸ਼ ਕਰਨ ਵਾਸਤੇ ਮੁੱਖ ਕਾਲਾ ਕੀਤਾ ਜਾਏਗਾ, ਗਧੇ ਤੇ ਚੜਾਇਆ ਜਾਏਗਾ, ਸਾਰੇ ਸ਼ਹਿਰ ਵਿੱਚ ਉਹਦੀ ਫੇਰੀ ਕੱਢੀ ਜਾਏਗੀ। ਇੰਨੀ ਸਖਤੀ ਕੇਵਲ ਇਸ ਕਰਕੇ ਵੀ ਉਹਨਾਂ ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕੀਤੀ ਹੈ। ਢੋਲ ਵੱਜਹਿ ਤੇ ਸੰਗ ਤਬ ਨਰ ਨਾਰ ਨਿਹਾਰੇ। ਨਾਲ ਨਾਲ ਢੋਲੀ ਤੋਰਾਂਗੇ ਕਹਿਣ ਲੱਗੇ, ਸਭ ਲੋਕ ਵੇਖਣਗੇ। ਫਿਰ ਕਿੰਨੀ ਵੱਡੀ ਬੇਇੱਜ਼ਤੀ ਵਾਲੀ ਗੱਲ ਹੈ। ਸੁਨ ਸ਼੍ਰੀ ਅਰਜਨ ਕੀ ਬਚਨ ਸੰਗਤ ਬਿਸਮਾਈ। ਜਦੋਂ ਸੰਗਤ ਨੇ ਮਹਾਰਾਜ ਦੇ ਬਚਨ ਸੁਣੇ, ਸੰਗਤ ਹੈਰਾਨ ਹੋ ਗਈ। ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਇੰਨੇ ਸਖਤ ਬਚਨ ਕਰ ਰਹੇ ਨੇ। ਸੀਸ ਧੁਨ ਹੈ ਹੋਈ ਬੁਰੀ ਪੁਨ ਪੁਨ ਪਛਤਾਈ। ਤੇ ਸਾਧ ਸੰਗਤ ਜੀ ਉਧਰ ਸੋਚ ਰਹੇ ਆ ਵੀ ਉਹ ਤੇ ਸਿਰ ਫੜ ਕੇ ਪਛਤਾਉਣਗੇ ਬਾਰ-ਬਾਰ। ਹਾਂ, ਗੁਰ ਆਏ ਇਸ ਭਾਂਤ ਕੀ ਸਭ ਮੈਂ ਬਿਦਤਾਨੀ। ਇਹ ਬਚਨ ਸਾਰਿਆਂ ਵਿੱਚ ਪ੍ਰਚਲਿਤ ਹੋ ਗਿਆ। ਕੋਈ ਸਿੱਖ ਸੱਤੇ ਤੇ ਬਲਵੰਡੇ ਨੂੰ ਮੂੰਹ ਨਾ ਲਾਵੇ। ਜਿਹੜਾ ਸਿਫਾਰਸ਼ ਕਰੇਗਾ ਮੁੱਖ ਕਾਲਾ ਕਰਕੇ, ਮੁੰਡਨ ਕਰਵਾ ਕੇ, ਖੋਤੇ ਤੇ ਬਿਠਾ ਕੇ, ਢੋਲੀ ਨਾਲ ਦੇ ਕੇ ਨਗਰ ਵਿੱਚ ਫੇਰੀ ਕਰਵਾਈ ਜਾਏਗੀ। ਹਾਂਜੀ, ਤਿੰਨ ਕੇ ਮੁਖ ਕੋ ਲੱਗੇ ਨਹਿ ਬੁੱਲ ਹੈ ਨਹਿਬਾਨੀ। ਕੋਈ ਉਹਨਾਂ ਨਾਲ ਗੱਲ ਵੀ ਨਾ ਕਰੇ, ਇਹ ਮਹਾਰਾਜ ਨੇ ਬਚਨ ਕਰ ਦਿੱਤਾ ਜੀ। ਉਪਜਿਓ ਰੋਗ ਸਰੀਰ ਮੈਂ ਥੋਰਨ ਦਿਨ ਮਾਹੀ। ਥੋੜੇ ਦਿਨ ਲੰਘੇ, ਸਾਧ ਸੰਗਤ ਜੀ ਸੱਤੇ ਤੇ ਬਲਵੰਡੇ ਨੂੰ ਕੋੜ ਦਾ ਦੋਗ ਹੋ ਗਿਆ ਜੀ। ਕੋੜੀ ਹੋ ਗਏ ਜੀ। ਕੋੜੀਆਂ ਦੇ ਤੇ ਲਾਗੇ ਨਹੀਂ ਕੋਈ ਜਾਂਦਾ ਜੀ। ਦੁਖ ਦਾਰਿਦ ਤੇ ਗ੍ਰਸਤ ਭੇ ਸੁਖ ਕਿਤਹੁ ਨਾਹੀ। ਦੁੱਖਾਂ ਦੇ ਵਿੱਚ ਸਾਧ ਸੰਗਤ ਜੀ ਗ੍ਰਸਤ ਹੋ ਗਏ। ਸੁੱਖ ਦੀ ਕਿਤੇ ਆਸ ਹੀ ਨਹੀਂ ਰਹੀ ਜੀ, ਸਿਵਾਏ ਗੁਰੂ ਦੇ ਦਰ ਤੋਂ ਜੀ। ਜਹ ਕਹਿ ਜਾਚਨ ਜਾਤ ਜਬ ਇਨ ਦਿਸ਼ ਨਹਿ ਦੇਖੈ। ਜਿਹੜੇ ਕਹਿੰਦੇ ਸੀ ਲੋਕਾਂ ਕੋਲ ਜਾ ਕੇ ਤਾਨਾ ਸੁਣਾ ਕੇ ਮਾਇਆ ਲਿਆ ਕਰਾਂਗੇ, ਹੁਣ ਜਾਂਦੇ ਆ ਕੀਰਤਨ ਸੁਣਾਉਣ ਜਾਂਦੇ ਆ, ਰਾਗ ਸੁਣਾਉਣ ਜਾਂਦੇ ਆ, ਕੋਈ ਇਹਨਾਂ ਵੱਲ ਵੇਖਦਾ ਵੀ ਨਹੀਂ ਜੀ। ਕੋੜੀਆਂ ਨੂੰ ਕੌਣ ਬਿਠਾਵੇ ਆਪਣੇ ਘਰ। ਕ੍ਰੋਧ ਹੋਏ ਗਾਰੀ ਕੱਢਹਿ ਦੈਬੋ ਕਿਸ ਲੈਖੇ। ਜਿਹੜੇ ਕਹਿੰਦੇ ਸੀ ਨਾ ਮਾਇਆ ਲਵਾਂਗੇ ਲੋਕਾਂ ਕੋਲੋਂ ਗਾਲਾਂ ਹੀ ਲੈਂਦੇ ਨੇ ਹੁਣ ਜੀ। ਕ੍ਰੋਧ ਵਿੱਚ ਆ ਕੇ ਲੋਕ ਗਾਲਾਂ ਕੱਢਦੇ ਆ। ਧਨ ਦੇਣ ਦੀ ਤੇ ਲੇਖਾ ਹੀ ਕੀ ਹੈ ਵੀ ਧਨ ਦੇਣ ਦੀ ਤੇ ਗੱਲ ਹੀ ਨਹੀਂ ਹੈਗੀ ਜੀ। ਚੇਤਾ ਰੱਖਿਓ, ਜਿਹਦੇ ਤੇ ਗੁਰੂ ਖੁਸ਼ ਉਹਦੇ ਤੇ ਜਗਤ ਖੁਸ਼ ਹੈ ਜੀ। ਆਖੋ ਵਾਹਿਗੁਰੂ। ਹੱਥ ਜੋੜ ਕੇ ਨਾ ਗੱਜ ਕੇ ਕਹੋ ਵਾਹਿਗੁਰੂ। ਵਾਹਿਗੁਰੂ। ਜਿਸ ਉੱਤੇ ਮੇਰੇ ਸਤਿਗੁਰੂ ਖੁਸ਼ ਨੇ ਉਹਦੇ ਤੇ ਦੁਨੀਆ ਖੁਸ਼ ਹੈ। ਜਿਹਦੇ ਤੇ ਗੁਰੂ ਦੀ ਨਾਰਾਜ਼ਗੀ ਉਹਦੇ ਤੇ ਸਾਰੇ ਜਗਤ ਦੀ ਨਾਰਾਜ਼ਗੀ ਹੋ ਜਾਂਦੀ ਜੀ। ਉਹਦੇ ਤੇ ਜਗਤ ਦੀ ਨਾਰਾਜ਼ਗੀ ਹੋ ਜਾਂਦੀ ਜੀ। ਇੱਕ ਕਹਾਵਤ ਹੈ, ਜਿਸ ਪਰ ਰਾਮ ਕੀ ਕਿਰਪਾ ਤਿਸ ਪਰ ਸਭ ਕੀ ਕਿਰਪਾ। ਜਿਹਦੇ ਤੇ ਰਾਮ ਦੀ ਕਿਰਪਾ ਹੋ ਜਾਏ ਉਹਦੇ ਤੇ ਸਾਰਿਆਂ ਦੀ ਕਿਰਪਾ ਹੋ ਜਾਂਦੀ ਹੈ। ਤੇ ਮਹਾਰਾਜ ਜਿਸ ਦਾ ਅੰਗ ਕਰੇ ਮੇਰਾ ਪਿਆਰਾ ਸੋ ਕਾਹੇ ਕੋ ਡਰਦਾ ਜੀਓ। ਜਿਹਦਾ ਪੱਖ ਗੁਰੂ ਸਾਹਿਬ ਲੈ ਲੈਣ ਨਾ, ਉਹਨੂੰ ਡਰਨ ਦੀ ਲੋੜ ਨਹੀਂ ਰਹਿੰਦੀ। ਤੇ ਸੰਗਤ ਜੀ ਚੇਤਾ ਰੱਖਿਓ, ਜਿਹੜਾ ਗੁਰੂ ਤੋਂ ਫਿਟਕਾਰਿਆ ਗਿਆ ਜਿੱਥੇ ਮਰਜ਼ੀ ਚਲੇ ਜੇ ਉਹਨੂੰ ਬਖਸ਼ਾ ਨਹੀਂ ਜੇ ਕੋਈ ਸਕਦਾ ਜੀ। ਇਹ ਤਾਂ ਕੋਈ ਹੈ ਭਾਈ ਲੱਦਾ ਜੀ ਵਰਗਾ। ਇਸ ਕਰਕੇ ਨਾ ਇੱਕੋ ਹੀ ਗੱਲ ਬਸ ਮਹਾਰਾਜ ਅੱਗੇ ਆਪਾਂ ਕਰਨੀ ਸਾਰਿਆਂ ਨੇ, ਸੱਚੇ ਪਾਤਸ਼ਾਹ ਸਾਡੀ ਮੱਤ ਟਿਕਾਣੇ ਰਵੇ ਜੀ, ਮੱਤ ਟਿਕਾਣੇ ਰਵੇ ਜੀ। ਹਾਂਜੀ, ਕਰਹਿ ਅਨਾਦਰ ਸਵਾਨ ਸਮ ਘਰ ਤੇ ਨਿਕਸਾਵੈ। ਕਹਿੰਦੇ ਕੁੱਤੇ ਵਾਂਗ ਬੇਇੱਜ਼ਤੀ ਹੁੰਦੀ ਉਹਨਾਂ ਦੀ ਜੀ। ਘਰੋਂ ਕੱਢ ਦਿੰਦੇ ਸਾਰੇ ਸੱਤੇ ਤੇ ਬਲਵੰਡੇ ਨੂੰ। ਚਲੋ ਭਾਈ ਕੋੜੀਆਂ ਨੂੰ ਨਹੀਂ ਅਸੀਂ ਇੱਥੇ ਰੱਖਣਾ, ਚਲੋ ਇੱਥੋਂ। ਹਾਂਜੀ, ਵਹਿਰ ਜਾਏ ਤਹ ਪੀ ਤਥਾ ਨਹਿ ਆਦਰ ਪਾਵੈ। ਬਾਹਰ ਜਾਂਦੇ ਆ ਕਿਤੇ ਆਦਰ ਨਹੀਂ ਮਿਲਦਾ ਜੀ। ਹਾਂਜੀ, ਪਰਮੇਸ਼ਰ ਅਰ ਸਤਿਗੁਰੂ ਇਨ ਤੇ ਹੰਕਾਰੇ। ਦੋਹਾਂ ਲੋਕਨ ਦੁਖ ਪਾਏ ਸੋ
ਕੋ ਨਹੀਂ ਉਬਾਰੇ। ਉਹ ਗੱਲ ਕਵੀ ਸੰਤੋਖ ਸਿੰਘ ਲਿਖਦੇ, ਕਹਿੰਦੇ ਰੱਬ ਤੋਂ ਤੇ ਗੁਰੂ ਤੋਂ ਜਿਹੜਾ ਹੰਕਾਰਿਆ ਗਿਆ, ਫਟਕਾਰਿਆ ਗਿਆ, ਦੋਵਾਂ ਲੋਕਾਂ 'ਚ ਉਹਨੂੰ ਸੁੱਖ ਨਹੀਂ ਮਿਲ ਸਕਦਾ। ਸੁੱਖ ਕਿੱਥੇ ਆ? ਮਹਾਰਾਜ ਬਾਣੀ 'ਚ ਲਿਖਦੇ, ਸਿੱਖਾ ਸਤਿਜੁਗ ਸੁਖ ਸਾਗਰ ਜਗ ਅੰਤਰ, ਹੋਰ ਥੈ ਸੁਖ ਨਾ ਭਾਲ। ਸਤਿਗੁਰ ਸੁਖ ਸਾਗਰ ਜਗ ਅੰਤਰ, ਹੋਰ ਥੈ ਸੁਖ ਨਾ ਭਾਲ। ਦੁਨੀਆ ਦੇ ਸਾਰੇ ਸੁੱਖ ਇੱਥੇ ਨੇ। ਮਹਾਰਾਜ ਦੇ ਚਰਨਾਂ 'ਚ ਹੱਥ ਜੋੜੋ, ਪ੍ਰੇਮ ਨਾਲ ਕਹੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਜਿਹਦੀ ਗੁਰੂ ਨੇ ਇੱਜ਼ਤ ਰੱਖ ਲਈ, ਪੱਤ ਰੱਖ ਲਈ ਨਾ, ਸਾਧ ਸੰਗਤ ਜੀ ਉਹਦੀ ਸਦਾ ਹੀ ਚੜ੍ਹਦੀ ਕਲਾ। ਜਿਹੜਾ ਗੁਰੂ ਤੋਂ ਗਿਆ ਉਹ ਸਾਰੀਆਂ ਥਾਵਾਂ ਤੋਂ ਗਿਆ। ਸੋਈ ਗਿਆ ਜੋ ਗ੍ਰੰਥੋਂ ਗਿਆ। ਹਾਂਜੀ। ਇਨਹੂ ਕੀ ਸ਼ਰਣੀ ਪਰੇ, ਬਿਨਤੀ ਭਨ ਦੀਨਾ। ਹਾਂਜੀ। ਮਨ ਭਾਵੈ ਬਖਸ਼ਹਿ ਤਿਸੈ, ਨਤ ਦੁਖ ਮੈਂ ਲੀਨਾ। ਹਾਂਜੀ। ਸਗਰੇ ਜਗ ਤਿਆਗੇ, ਜਬੇ ਨਹਿ ਬੈਠਨ ਪਾਵੈ। ਕਹਿੰਦੇ ਹੁਣ ਕੋਈ ਗੁਰੂ ਨੂੰ, ਗੁਰੂ ਦਾ ਪਿਆਰਾ ਬਖਸ਼ਿਆ ਬੇਨਤੀ ਕਰੇ, ਹੋ ਸਕਦਾ ਇਹ ਬਖਸ਼ੇ ਜਾਣ, ਨਹੀਂ ਤੇ ਨਹੀਂ ਬਖਸ਼ੇ ਜਾ ਸਕਦੇ ਜੀ। ਭੀਖ ਸਰੀਖੀ ਨਹਿ ਪਰ ਹੈ, ਤ੍ਰਿਸ ਕਿਤ ਜਾਵੈ। ਸਾਧ ਸੰਗਤ ਜੀ ਹੁਣ ਸਾਰੇ ਜਗ ਨੇ ਹੀ ਇਹਨਾਂ ਨੂੰ ਤਿਆਗ ਦਿੱਤਾ ਸੀ। ਜਿੱਥੇ ਜਾ ਕੇ ਬਹਿੰਦੇ ਸਨ ਉਠਾ ਦਿੰਦੇ ਸਨ। ਭਿਖਿਆ ਵਰਗੀ ਮਾਮੂਲੀ ਜਿਹੜੀ ਚੀਜ਼ ਹੈ ਨਾ, ਉਹ ਵੀ ਇਹਨਾਂ ਨੂੰ ਨਹੀਂ ਮਿਲ ਰਹੀ ਜੀ। ਕੋਈ ਭੀਖ ਵੀ ਨਹੀਂ ਦਿੰਦਾ ਜੀ। ਮੰਗਤੇ ਨੂੰ ਭੀਖ ਤੇ ਦੇ ਦਿੰਦੇ ਨਾ, ਪਰ ਵੇਖ ਲਓ ਜਿਹੜਾ ਸਤਿਗੁਰੂ ਤੋਂ ਫਿਟਕਾਰਿਆ ਜਾਵੇ ਉਹਨੂੰ ਭੀਖ ਵੀ ਨਹੀਂ ਤੇ ਕਿਤੋਂ ਮਿਲਦੀ ਜੀ। ਪਛਤਾਏ ਦੁਖ ਪਾਏ ਕੈ, ਗੁਰ ਮਹਿਮਾ ਜਾਨੀ। ਪਛਤਾਏ ਦੁੱਖ ਪ੍ਰਾਪਤ ਹੋਇਆ, ਫਿਰ ਗੁਰਾਂ ਦੀ ਮਹਿਮਾ ਜਾਣੀ। ਅਸੀਂ ਐਵੇਂ ਹੀ ਹੰਕਾਰ ਕਰੀ ਜਾਂਦੇ, ਸਭ ਕੁਝ ਕਰਨ ਕਰਾਉਣ ਵਾਲੇ ਤੇ ਇਹ ਨੇ। ਸਿੱਖਨ ਪਹਿ ਬਿਨਤੀ ਪਨੰਤ ਕਿਨਹੂ ਨਹਿ ਮਾਨੀ। ਸਿੱਖਾਂ ਦੇ ਕੋਲ ਜਾਂਦੇ ਆ, ਰੋ ਰੋ ਬੇਨਤੀਆਂ ਕਰਦੇ ਆ, ਕੋਈ ਗੱਲ ਹੀ ਨਹੀਂ ਸੁਣਦਾ ਇਹਨਾਂ ਦੀ। ਕਿਉਂ ਸੁਣੇ ਕੋਈ ਇਹਨਾਂ ਦੀ ਗੱਲ ਹੁਣ? ਕਾਰੋ ਮੁਖ ਕਰਵਾਏ, ਜੋ ਸੋ ਕਰੈ ਬਖਾਨੇ। ਹੁਣ ਜਿਹੜਾ ਗੁਰੂ ਸਾਹਿਬ ਨੂੰ ਆਖੇਗਾ ਉਹਨੂੰ ਮੂੰਹ ਕਾਲਾ ਕਰਾਉਣਾ ਪੈਣਾ ਹੈ। ਤੁਮ ਸਰਾਪੇ ਸ੍ਰੀ ਸਤਿਗੁਰੂ, ਹੰਕਾਰ ਜੇਠਾਨੇ। ਹੁਣ ਸਿੱਖ ਵੀ ਲੰਘਦੇ ਲੰਘਦੇ ਕਹਿ ਜਾਂਦੇ, ਤੁਸੀਂ ਹੰਕਾਰੀ ਸੀਗੇ, ਹੁਣ ਸਰਾਪੇ ਗਏ ਹੋ। ਸੰਗਤ ਜੀ ਕਿੱਥੇ ਇੰਨਾ ਮਾਣ ਸਤਿਕਾਰ, ਕੋੜ ਹੋਇਆ, ਭੀਖ ਵੀ ਨਹੀਂ ਕੋਈ ਦੇਣ ਦਿਆ ਜੀ। ਬੈਠ ਬੇਸੂਰਤ ਘਰ ਵਿਖੇ, ਹਮਨੇ ਕਿਆ ਕੀਨਾ। ਬਹਿ ਕੇ ਘਰ ਵਿੱਚ ਝੂਰਦੇ ਆ, ਇਹ ਅਸੀਂ ਕੀ ਕਰ ਬੈਠੇ। ਹਾਂਜੀ। ਆਏ ਆਪ ਸ਼੍ਰੀ ਸਤਿਗੁਰੂ, ਨਹਿ ਆਦਰ ਕੀਨਾ। ਆਪ ਮਹਾਰਾਜ ਆਏ, ਅਸੀਂ ਗੁਰੂ ਜੀ ਦਾ ਵੀ ਆਦਰ ਨਹੀਂ ਕੀਤਾ। ਹਾਂਜੀ। ਕਹਿ ਕਠੋਰ ਨਿੰਦਾ ਕਰੀ, ਕਿਆ ਥੇ ਹਮ ਕੀਰੇ। ਕੀ ਅਸੀਂ ਹੈ ਕੀੜੇ ਤੇ ਗੁਰਾਂ ਦੀ ਨਿੰਦਿਆ ਕਰ ਬੈਠੇ ਜੀ। ਐਡੇ ਵੱਡੇ ਸੱਚੇ ਪਾਤਸ਼ਾਹ ਨੂੰ ਬੁਰਾ ਬੋਲ ਬੈਠੇ ਜੀ। ਝੂਠੇ ਧਾਰ ਗੁਮਾਨ ਕੋ, ਨਹਿ ਲਖਿਓ ਗਹੀਰੇ। ਝੂਠੇ ਮਾਣ ਹੰਕਾਰ ਵਿੱਚ ਆ ਕੇ ਗਹਿਰ ਗੰਭੀਰ ਗੁਰੂ ਨੂੰ ਸਮਝ ਨਹੀਂ ਸਕੇ ਜੀ। ਭੁਲੇਖਾ ਪੈ ਗਿਆ। ਭੁਲੇਖਾ ਵੱਡਿਆਂ ਵੱਡਿਆਂ ਨੂੰ ਪੈ ਜਾਂਦਾ ਹੈ। ਬਸ ਇਹੋ ਅਰਦਾਸ ਕਰਿਆ ਕਰੋ, ਮਹਾਰਾਜ ਸਾਡੀ ਤੁਹਾਡੇ ਤੋਂ ਸ਼ਰਧਾ ਨਾ ਕਿਤੇ ਚਲੇ ਜਾਵੇ। ਸਤਿਗੁਰੂ ਸਾਡਾ ਭਰੋਸਾ ਨਾ ਕਿਤੇ ਟੁੱਟ ਜਾਵੇ, ਸਾਡੀ ਸ਼ਰਧਾ 'ਚ ਨਾ ਫਰਕ ਪੈ ਜਾਵੇ। ਸੰਗਤ ਜੀ ਜਿਸ ਦਿਨ ਸ਼ਰਧਾ ਵਿੱਚ ਫਰਕ ਪੈ ਗਿਆ, ਲੱਖਾਂ ਤੋਂ ਬੰਦਾ ਕੱਖਾਂ ਦਾ ਹੋ ਜਾਂਦਾ ਹੈ। ਆਪਾਂ ਸਦਾ ਆਪਣੇ ਮੁਖੋਂ ਕੀ ਕਹਿਣਾ ਹੈ? ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ। ਜਪੋ ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ। ਅਸੀਂ ਸਦਾ ਹੀ ਆਪਣੇ ਮੁਖ ਤੋਂ ਇੰਝ ਹੀ ਕਹਿਣਾ ਹੈ। ਸ਼ਰਧਾ 'ਚ ਫਰਕ ਨਾ ਪੈ ਜਾਵੇ, ਪ੍ਰੇਮ 'ਚ ਫਰਕ ਨਾ ਪੈ ਜਾਵੇ।
ਹਾਂਜੀ। ਪਾਤਸ਼ਾਹ ਪੰਚੇ ਗੁਰੂ ਸਮਭਾਨ ਪ੍ਰਕਾਸ਼ੇ। ਪੰਜੇ ਪਾਤਸ਼ਾਹ ਗੁਰੂ ਸਮਾਨ ਹਨ, ਸੂਰਜ ਵੱਤ ਜਗਤ ਵਿੱਚ ਪ੍ਰਕਾਸ਼ ਦੇ ਰਹੇ ਹਨ। ਹਾਂਜੀ। ਜਗ ਮੈਂ ਅਰਿਓ ਨਾ ਅਗਰ ਕੋ ਰਿਪ ਸਰਾਪ ਬਿਨਾਸੇ। ਕੋਈ ਜਗ ਵਿੱਚ ਉਹਨਾਂ ਅੱਗੇ ਅੜ ਨਹੀਂ ਸਕਿਆ, ਜਿਹੜਾ ਅੜਿਆ ਉਸ ਮੂਰਖ ਦਾ ਨਾਸ ਹੋ ਗਿਆ। ਬਚਨ ਹੀ ਐਸਾ ਛੱਡ ਦਿੱਤਾ ਮਹਾਰਾਜ ਨੇ। ਮੂਰਤ ਇਹੀ ਖੁਦਾਏ ਕੀ ਜੋ ਜਿਸ ਕੋ ਅਪਮਾਨਾ। ਹੁਣ ਇਹ ਸੋਚਦੇ ਆ ਵੀ ਜਿਹੜਾ ਇਹਨਾਂ ਅੱਗੇ ਅੜਿਆ ਉਹਦਾ ਰਿਹਾ ਕੱਖ ਨਹੀਂ, ਤੇ ਇਹ ਤੇ ਖੁਦਾ ਦੀ ਮੂਰਤ ਨੇ। ਮੁਸਲਮਾਨ ਧਰਮ ਦੇ ਆ ਨਾ, ਕਹਿੰਦੇ ਖੁਦਾ ਦੀ ਮੂਰਤ ਨੇ, ਤੇ ਅਸੀਂ ਇਹਨਾਂ ਦਾ ਅਪਮਾਨ ਕਰ ਬੈਠੇ। ਹਮਕੋ ਸੁਖ ਕਿਮ ਹੋਏ ਹੈ ਗੁਰ ਸਰਾਪ ਬਖਾਨਾ। ਹੁਣ ਸਾਨੂੰ ਕਿਵੇਂ ਸੁਖ ਮਿਲੇਗਾ। ਹਾਂਜੀ। ਭਾਵੀ ਨੇ ਪ੍ਰੇਰਨ ਕਰਿਓ ਉਰ ਭਇਓ ਹੰਕਾਰਾ। ਕਵੀ ਸੰਤੋਖ ਸਿੰਘ ਕਹਿੰਦੇ ਭਾਵੀ ਨੇ ਹੀ ਪ੍ਰੇਰ ਦਿੱਤਾ, ਇਹਨਾਂ ਦੇ ਮਨ 'ਚ ਹੰਕਾਰ ਪੈਦਾ ਹੋ ਗਿਆ। ਬੰਦੇ ਦੇ ਵੀ ਬਸ ਕੁਝ ਨਹੀਂ ਚੇ, ਇਸੇ ਕਰਕੇ ਕਹਿਓ ਮਹਾਰਾਜ ਸਾਡੇ ਤੇ ਮਿਹਰ ਹੀ ਰੱਖਿਓ, ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਹੀ ਰੱਖਿਓ। ਹਮ ਹੈ ਸਭ ਹੀ ਤੇ ਬੜੇ ਇਮ ਭਾ ਮਦ ਭਾਰਾ। ਤੇ ਅਸੀਂ ਇਸ ਸੰਸਾਰ 'ਚ ਕਹਿੰਦੇ ਸਭ ਤੋਂ ਜ਼ਿਆਦਾ ਮੰਗੇ ਭਾਗਾਂ ਵਾਲੇ, ਮੰਦੇ ਭਾਗਾਂ ਵਾਲੇ ਆ। ਹਾਂਜੀ। ਗੁਰੂ ਸਭਾ ਸਨਮਾਨ ਹੋਵੇ ਹਮ ਜਰਿਓ ਨਾ ਸੋਈ। ਕਿੰਨਾ ਸਨਮਾਨ ਮਿਲਦਾ ਸੀ, ਸਾਡੇ ਕੋਲ ਜਾਰੀ ਨਹੀਂ ਹੋਇਆ। ਹਾਂਜੀ। ਘੋਰ ਆਪਦਾ ਮੈਂ ਪਰੇ ਨਹਿ ਰੱਖਿਅਕ ਕੋਈ। ਹੁਣ ਘੋਰ ਆਪਦਾ ਸਾਡੇ ਤੇ ਪੈ ਗਈ ਹੈ, ਸਾਡੀ ਰਾਖੀ ਕਰਨ ਵਾਲਾ ਕੋਈ ਨਹੀਂ ਹੈ। ਹੁਣ ਕੌਣ ਸਾਡੀ ਰਾਖੀ ਕਰੇਗਾ। ਜਿੱਧਰ ਜਾਂਦੇ ਆ ਸਿੱਖ ਵੇਖ ਕੇ ਦਰਵਾਜ਼ਾ ਬੰਦ ਕਰ ਲੈਂਦੇ ਆ। ਸਰੀਰ ਰੋਗੀ ਹੋ ਗਿਆ, ਤੁਰਿਆ ਨਹੀਂ ਜਾਂਦਾ, ਮੰਗਿਆ ਵੀ ਕਿਤੋਂ ਪੈਸਾ ਨਹੀਂ ਮਿਲ ਰਿਹਾ। ਅੱਗੋਂ ਜੋ ਹੋਏਗਾ ਕੱਲ ਨੂੰ ਸਰਵਣ ਕਰਾਂਗੇ। ਆਪਣੇ ਗੁਰੂ ਜੀ ਤੇ ਸਦਾ ਹੀ ਆਪਾਂ ਸ਼ਰਧਾ ਰੱਖਣੀ ਹੈ ਸੰਗਤ ਜੀ, ਸਦਾ ਹੀ ਭਰੋਸਾ ਰੱਖਣਾ। ਸ੍ਰੀ ਚੌਪਈ ਸਾਹਿਬ ਜੀ ਦੀ ਬਾਣੀ 'ਚ ਮਹਾਰਾਜ ਕਹਿੰਦੇ ਨਾ, ਤੁਮਹੇ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਹੋ ਸੋ ਤੁਮ ਤੇ ਪਾਉ। ਮਹਾਰਾਜ ਮੈਨੂੰ ਜੋ ਚਾਹੀਦਾ ਤੁਹਾਡੇ ਕੋਲੋਂ ਹੀ ਮਿਲਣਾ ਹੈ। ਮਾਇਆ ਦਾ ਕੀ ਹੈ, ਕਈ ਵਾਰੀ ਕੀ ਹੁੰਦਾ, ਕੁਝ ਦਿਨ ਬੰਦਾ ਲਗਾਤਾਰ ਆਇਆ, ਉਹਦੀ ਮਨੌਤ ਨਾ ਪੂਰੀ ਹੋਈ, ਉਹ ਦਰ ਛੱਡ ਕੇ ਬਹਿ ਜਾਂਦਾ ਹੈ। ਦੂਜਿਆਂ ਨੂੰ ਵੀ ਦੱਸਣ ਲੱਗ ਪੈਂਦਾ ਜੀ ਮੈਂ ਇੰਨਾ ਚਿਰ ਕੀਤਾ, ਮੈਨੂੰ ਤੇ ਫਾਇਦਾ ਹੀ ਕੋਈ ਨਹੀਂ ਹੋਇਆ ਜੀ। ਤੇ ਚੇਤਾ ਰੱਖਿਓ ਮਹਾਰਾਜ ਸਾਡੇ ਮਾੜੇ ਕਰਮ ਕੱਟ ਰਹੇ ਹੁੰਦੇ, ਉਹ ਕਰਮ ਕੱਟੇ ਜਾਣ ਫਿਰ ਵੇਖਿਓ ਲਹਿਰਾਂ ਬਹਿਰਾਂ ਹੋ ਜਾਂਦੀਆਂ ਜੀ। ਤੇ ਕਦੀ ਭੁੱਲ ਕੇ ਵੀ ਸਾਡੇ ਮਨ 'ਚ ਗੁਰੂ ਜੀ ਦੇ ਪਰਥਾਏ ਢਿੱਲਾ ਫੁਰਨਾ ਨਾ ਆਵੇ। ਮਨ ਬੜਾ ਬੇਈਮਾਨ 'ਚ, ਮਨ ਬੜੀਆਂ ਹੀ ਪੁੱਠੀਆਂ ਗੱਲਾਂ ਸੋਚ ਬੈਠਦਾ 'ਚ। ਇਹ ਇੰਨਾ ਕੁਝ ਸੋਚ ਬੈਠਦਾ ਹੈ ਜਿਹੜਾ ਦੂਜੇ ਨੂੰ ਦੱਸਣ ਲੱਗਿਆਂ ਬੰਦੇ ਨੂੰ ਸੰਗ ਆਉਣ ਲੱਗ ਪੈਂਦੀ ਹੈ ਜੀ। ਇੰਨਾ ਕੁਝ ਮਨ ਪੁੱਠਾ ਸੋਚ ਬੈਠਦਾ ਹੈ। ਸੱਚੇ ਪਾਤਸ਼ਾਹ ਗਰੀਬ ਨਵਾਜ ਸਾਡੇ ਤੇ ਕਿਰਪਾ ਕਰਨ। ਗੁਰੂ ਜੀ ਆਪ ਪ੍ਰਤੱਖ ਰੱਬ ਪਰਮੇਸ਼ਰ ਹਨ। ਆਓ ਪੰਕਤੀ ਪੜ੍ਹ ਕੇ ਖਿਮਾ ਮੰਗੀਏ, ਕੋਈ ਰਸਨਾ ਬਾਂਝੀ ਨਾ ਰਹੇ। ਸਤਿਗੁਰ ਦੇਵ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਜਪੋ ਸਤਿਗੁਰ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਗੱਜ ਕੇ ਸੁਣਾਵੇ। ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਸਤਿਗੁਰ
ਸਤਿਗੁਰ ਦੇਓ ਪਰਤਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੇ ਜੋ ਸੁਣਾਵੇ। ਵਾਹਿਗੁਰੂ 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 ਵਾਹਿਗੁਰੂ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।